ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨਨ ਕੁਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉੱਠੇ ਧੁਨਕਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਮੋਹਨ ਤੇਰੇ ਸੋਹਨ ਦੁਆਰ ਜੀਓ, ਸੰਤ ਧਰਮਸ਼ਾਲਾ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ, ਪਤਿਤ ਪਾਵਨ ਭਗਤ ਵਤਸਲ, ਕਿਰਪਾ ਦੇ ਖਜ਼ਾਨੇ, ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਦੀ ਕਿਰਪਾਲਤਾ ਨਾਲ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਹੈ, ਸਤਿਗੁਰੂ ਜੀ ਦੀ ਕਿਰਪਾਲਤਾ ਨਾਲ ਇਹ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 248 ਉੱਪਰ ਪਹੁੰਚੀ ਹੈ। ਗੌੜੀ ਰਾਗ ਵਿੱਚ ਸਤਿਗੁਰਾਂ ਦਾ ਪਰਮ ਪਵਿੱਤਰ ਉਪਦੇਸ਼ ਵਿਚਾਰਿਆ ਜਾ ਰਿਹਾ ਹੈ। ਆਓ ਗੁਰੂ ਕਿਰਪਾ ਸਦਕਾ ਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹੋਏ ਹਜ਼ੂਰ ਦੇ ਪਰਮ ਪਵਿੱਤਰ ਮੁੱਖ ਵਾਕ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ ਜੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਅਗਲਾ ਸ਼ੰਤ ਹੈ, ਔਰ ਇਸ ਸ਼ੰਤ ਦੀ ਉਥਾਨਕਾ ਇਤਿਹਾਸ ਵਿੱਚ ਬਚਨ ਲਿਖੇ ਹੋਏ ਨੇ ਕਿ ਜਦੋਂ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਵਿਚਾਰਿਆ ਕਿ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ ਆਪ ਬਾਣੀ ਰਚਦਾ ਹੈ, ਆਪ ਕਵਿਤਾ ਰਚਦਾ ਹੈ, ਅਤੇ ਉਹਦੇ ਵਿੱਚ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਭਰਦਾ, ਅਤੇ ਸਿੱਖਾਂ ਨੂੰ ਕਹਿੰਦਾ ਸੀ ਕਿ ਇਸ ਮੇਰੀ ਉਚਾਰੀ ਕੀਤੀ ਬਾਣੀ ਦਾ ਤੁਸੀਂ ਕੀਰਤਨ ਕਰੋ। ਇਹ ਸ਼ਿਕਾਇਤਾਂ ਸਤਿਗੁਰਾਂ ਪਾਸ ਪਹੁੰਚੀਆਂ ਸਨ ਤਾਂ ਹਜ਼ੂਰ ਨੇ ਇਹ ਵਿਚਾਰਿਆ ਕਿ ਗੁਰਬਾਣੀ ਵਿੱਚ ਰਲਾ ਪੈ ਜਾਏਗਾ, ਇਸ ਕਰਕੇ ਜਿਹੜੀ ਸਤਿਗੁਰਾਂ ਦੀ ਮੁੱਖ ਵਾਕ ਬਾਣੀ ਹੈ ਉਹਦਾ ਸੰਚਾ ਕੀਤਾ ਜਾਏ, ਇਕੱਤਰ ਕੀਤੀ ਜਾਏ। ਆਪਣੀ ਹਯਾਤੀ ਵਿੱਚ, ਆਪਣੀ ਸਰੀਰਕ ਜ਼ਿੰਦਗੀ ਵਿੱਚ ਸਤਿਗੁਰੂ ਮਹਾਰਾਜ ਜੀ ਇਹ ਕਾਰਜ ਕਰਨਾ ਚਾਹੁੰਦੇ ਸਨ। ਇਸ ਕਰਕੇ ਕਿ ਵੱਡੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੀਆਂ ਪੋਥੀਆਂ ਬਾਬਾ ਮੋਹਣ ਜੀ ਪਾਸ ਨੇ, ਜੋ ਸ਼੍ਰੀ ਗੋਇੰਦਵਾਲ ਸਾਹਿਬ ਚੁਬਾਰੇ 'ਚ ਰਹਿੰਦੇ ਸਨ। ਬਾਬਾ ਮੋਹਣ ਜੀ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦਾ ਜੀ, ਔਰ ਭਾਈ ਗੁਰਦਾਸ ਜੀ ਨੂੰ ਪੋਥੀਆਂ ਲਿਆਉਣ ਵਾਸਤੇ ਭੇਜਿਆ ਸੀ ਤਾਂ ਬਾਬਾ ਮੋਹਣ ਜੀ ਦੀ ਸਮਾਧੀ ਉਥਾਨ ਨਹੀਂ ਸੀ ਹੋਈ। ਫਿਰ ਬਾਬਾ ਬੁੱਢਾ ਜੀ ਵੀ ਗਏ ਸਨ ਅਤੇ ਮੋਹਣ ਜੀ ਸਮਾਧੀ 'ਚੋਂ ਹੀ ਉਥਾਨ ਨਹੀਂ ਸਨ ਹੋਏ। ਫਿਰ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨਿਮਰਤਾ ਦੇ ਪੁੰਜ ਦਾਤਾ ਜੀ ਆਪ ਚੱਲ ਕੇ ਗਏ ਸਨ ਅਤੇ ਗਲੀ ਵਿੱਚ ਖਲੋ ਕੇ ਇਹ ਸ਼ਬਦ ਪਰਮੇਸ਼ਰ ਦੀ ਉਸਤਤ ਵਿੱਚ ਉਚਾਰਨ ਕੀਤਾ। ਕੁਝ ਵਿਦਵਾਨ ਸੱਜਣ ਇਸ ਉਥਾਨਕਾ ਨੂੰ, ਇਹਨਾਂ ਬਚਨਾਂ ਨੂੰ, ਇਤਿਹਾਸ ਦੇ ਬਚਨਾਂ ਨੂੰ ਰੱਦ ਕਰਨ ਦਾ ਯਤਨ ਕਰਦੇ ਨੇ ਕਿ ਨਹੀਂ, ਐਸਾ ਨਹੀਂ ਹੋ ਸਕਦਾ ਕਿ ਗੁਰਗੱਦੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਦਿੱਤੀ ਹੋਵੇ ਅਤੇ ਉਹਨਾਂ ਤੋਂ ਗਾਂਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਗੁਰਿਆਈ ਹੋਵੇ ਅਤੇ ਪੋਥੀਆਂ ਉਹਨਾਂ ਕੋਲ ਨਾ ਹੋਣ, ਅਤੇ ਇਸ ਤਰ੍ਹਾਂ ਨਹੀਂ ਹੋ ਸਕਦਾ। ਨਹੀਂ, ਐਸਾ ਵਿਚਾਰ ਆਪੋ ਆਪਣਾ। ਭਾਈ ਵੀਰ ਸਿੰਘ ਜੀ ਨੇ ਇਸ ਸ਼ਬਦ ਦੇ ਅਰਥ ਲਿਖਦਿਆਂ ਬਚਨ ਕੀਤੇ ਨੇ ਕਿ ਇਤਿਹਾਸ ਵਿੱਚ ਜੋ ਦਰਜ ਹੈ ਉਹਨੂੰ ਅਸੀਂ ਰੱਦ ਨਹੀਂ ਕਰਦੇ, ਪਰ ਜੇ ਕਹੀਏ ਕਿ ਇਹ ਸ਼ਬਦ ਬਾਬਾ ਮੋਹਣ ਜੀ ਦੇ ਪ੍ਰਥਾਈ ਹੈ ਕਿ ਉਹਨਾਂ ਨੂੰ ਮੋਹਣ ਕਿਹਾ ਇਸ ਸ਼ਬਦ ਵਿੱਚ, ਪਰਮਾਤਮਾ ਕਿਹਾ, ਤਾਂ ਇਹ ਗੱਲ ਠੀਕ ਨਹੀਂ। ਇਤਿਹਾਸ ਠੀਕ ਹੈ ਕਿ ਸਤਿਗੁਰੂ ਮਹਾਰਾਜ ਜੀ ਪੋਥੀਆਂ ਲੈਣ ਗਏ ਸਨ ਅਤੇ ਇਹ ਸ਼ਬਦ ਦੇ ਉਚਾਰਨ ਕਰਨ ਤੋਂ ਬਾਅਦ ਜਾਂ ਹੋਰ ਵੀ ਕੀਰਤਨ ਹੋ ਸਕਦਾ ਗੁਰੂ ਅਰਜਨ ਦੇਵ ਜੀ ਨੇ ਸ਼ਬਦਾਂ ਦਾ ਗਾਇਆ ਹੋਵੇ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨਤਾ ਨੂੰ ਜਾਣਦਿਆਂ ਆ, ਕਿਉਂਕਿ ਜਦੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਗੱਦੀ ਦਿੱਤੀ ਗਈ ਸੀ ਤਾਂ ਮੋਹਣ ਜੀ ਨੇ ਮੱਥਾ ਨਹੀਂ ਸੀ ਟੇਕਿਆ,
ਤਾਂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਸੀ ਬੜਾ ਆਫਰਿਆ ਆ, ਅਤੇ ਇਸ ਕਰਕੇ ਮੋਹਨ ਜੀ ਨੂੰ ਰੋਜ਼ ਅਫਰੇਵਾ ਹੁੰਦਾ ਸੀ। ਤਾਂ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰਾ ਅਫਰੇਵਾ ਹਟ ਜਾਏ। ਤਾਂ ਉਹਨਾਂ ਕਿਹਾ ਸੀ ਕਿ ਜਿਨ੍ਹਾਂ ਨੂੰ ਗੁਰਿਆਈ ਅਸੀਂ ਦਿੱਤੀ ਹੈ ਉਹਨਾਂ ਦੇ ਅੱਗੇ ਸਾਹਿਬਜ਼ਾਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੱਦੀ ਦੇ 5ਵੇਂ ਵਾਰਸ ਉਹ ਆਪ ਆਉਣਗੇ ਅਤੇ ਉਹਨਾਂ ਦੇ ਚਰਨੀ ਲੱਗੋਗੇ ਅਤੇ ਉਹ ਅਫਰੇਵਾ ਹਟਾ ਦੇਣਗੇ। ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਮਹਾਨਤਾ ਜਾਣ ਕੇ ਬਾਬਾ ਮੋਹਨ ਜੀ ਆ ਕੇ ਜ਼ਰੂਰ ਮਿਲੇ ਸਨ। ਉਹਨਾਂ ਪੋਥੀਆਂ ਸੰਭਾਲ ਦਿੱਤੀਆਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ। ਉਹ ਪੀਨਸ ਵਿੱਚ ਪਾਲਕੀ ਵਿੱਚ ਸਜਾ ਕੇ ਪੋਥੀਆਂ ਅਤੇ ਨੰਗੇ ਚਰਨੀ ਚੌਰ ਕਰਦੇ ਸ਼੍ਰੀ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਇੱਕ ਰਾਤ ਖਡੂਰ ਸਾਹਿਬ ਵੀ ਰਹੇ ਦੱਸੀ ਦੇ ਨੇ, ਇਤਿਹਾਸ ਬਿਆਨ ਕਰਦਾ। ਔਰ ਉਹ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਤਿਆਰ ਕਰਵਾ ਕੇ, ਯਾਨੀ ਉਦੋਂ ਪੋਥੀ ਸਾਹਿਬ ਕਿਹਾ ਜਾਂਦਾ ਸੀ ਜਾਂ ਗ੍ਰੰਥ ਸਾਹਿਬ, ਸ਼੍ਰੀ ਗ੍ਰੰਥ ਸਾਹਿਬ ਇਹ ਨਾਮ ਆਏ ਨੇ ਗੁਰੂ ਗ੍ਰੰਥ ਸਾਹਿਬ ਦੇ, ਕਿਉਂਕਿ ਗੁਰਿਆਈ ਨਹੀਂ ਸੀ ਉਦੋਂ ਅਜੇ ਦਿੱਤੀ ਗਈ। ਅਤੇ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਿਆਰੀ ਹੋਣ ਤੋਂ ਬਾਅਦ ਫਿਰ ਪੋਥੀਆਂ ਵਾਪਸ ਪੀਨਸ ਵਿੱਚ ਪਾਲਕੀ ਵਿੱਚ ਹੀ ਸਜਾ ਕੇ ਗੋਇੰਦਵਾਲ ਸਾਹਿਬ ਪਹੁੰਚਾਈਆਂ ਗਈਆਂ ਸਨ। ਫਿਰ ਭਾਈ ਵੀਰ ਸਿੰਘ ਜੀ ਕਾਫੀ ਖੋਜ ਦੇ ਆਧਾਰ 'ਤੇ ਲਿਖਦੇ ਨੇ ਕਿ ਉਹ ਪੋਥੀਆਂ ਗੋਇੰਦਵਾਲ ਸਾਹਿਬ ਰਹੀਆਂ ਨੇ। ਫਿਰ ਭੱਲਿਆਂ ਦੀ ਬੰਸ ਵਿੱਚੋਂ ਹੀ ਕੋਈ ਇੱਕ ਪੋਥੀ ਲੈ ਗਿਆ ਸੀ ਜੋ ਬੜਾ ਚਿਰ ਨਹੀਂ ਲੱਭੀ, ਅਤੇ ਫਿਰ ਪਤਾ ਕਰਦਿਆਂ ਇੱਕ ਪੋਥੀ ਸਾਹਿਬ ਬਾਰੇ ਪਤਾ ਲੱਗਾ ਸੀ ਵੀ ਫਲਾਨੀ ਜਗ੍ਹਾ 'ਤੇ ਹੈ। ਔਰ ਭਾਈ ਵੀਰ ਸਿੰਘ ਜੀ ਕਹਿੰਦੇ ਅਸੀਂ ਚਿੱਠੀ ਵੀ ਲਿਖੀ ਸੀ ਕਿ ਉਹ ਫਲਾਨੀ ਜਗ੍ਹਾ 'ਤੇ ਪੋਥੀ ਆ ਉਹ ਪ੍ਰਾਪਤ ਕੀਤੀ ਜਾਣੀ ਚਾਹੀਦੀ ਹੈ। ਉਹ ਪੰਥ ਦੀ ਅਮਾਨਤ, ਸਤਿਗੁਰਾਂ ਦੀ ਮੁੱਖ ਵਾਕ ਬਾਣੀ ਉਹਦੇ ਵਿੱਚ ਹੈ, ਹੱਥ ਲਿਖਤ ਹੈ ਇਹ ਤੇ ਆਦਿਕ। ਉਹ ਹੁਣ ਪੋਥੀਆਂ ਸਾਰੀਆਂ ਨਹੀਂ ਮਿਲਦੀਆਂ, ਪਰ ਇੰਜ ਹੋਇਆ। ਔਰ ਸਤਿਗੁਰੂ ਮਹਾਰਾਜ ਨੇ ਇਹ ਅਕਾਲ ਪੁਰਖ ਦੀ ਉਸਤਤ ਵਿੱਚ ਇਹ ਸ਼ਬਦ ਉਚਾਰਨ ਕੀਤਾ ਅਤੇ ਇਸ ਤਰ੍ਹਾਂ ਬਾਬਾ ਮੋਹਨ ਜੀ ਕੋਲੋਂ ਪੋਥੀਆਂ ਪ੍ਰਾਪਤ ਕੀਤੀਆਂ ਸਨ। ਇਹ ਇਤਿਹਾਸ ਹੈ, ਇਹ ਉਥਾਨਕਾ ਹੈ ਇਸ ਸ਼ਬਦ ਦੀ, ਪਰ ਜੋ ਉਸਤਤ ਹੈ ਉਹ ਵਾਹਿਗੁਰੂ ਅਕਾਲ ਪੁਰਖ ਦੀ ਹੈ। ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਇੱਕੋ ਇੱਕ ਨਿਰੰਕਾਰ ਦੇ ਉਪਾਸ਼ਕ ਹਨ ਸਤਿਗੁਰੂ ਮਹਾਰਾਜ, ਅਤੇ ਸਾਨੂੰ ਵੀ ਨਿਰੰਕਾਰ ਦੀ ਉਪਾਸਨਾ ਕਰਨ ਦਾ ਹੀ ਉਪਦੇਸ਼ ਦਿੱਤਾ ਹੈ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਭਗਤਾਂ ਦੇ ਮਨਾਂ ਨੂੰ ਮੋਹਿਤ ਕਰਨ ਵਾਲੇ ਮੋਹਨ ਪ੍ਰਮਾਤਮਾ ਜੀ, ਭਗਤਾਂ ਦੇ ਮਨਾਂ 'ਚੋਂ ਮੋਹ ਨੂੰ ਹਨ ਨਾਸ ਕਰਨ ਵਾਲੇ ਹੈ ਵਾਹਿਗੁਰੂ ਪ੍ਰਮਾਤਮਾ ਜੀ, ਤੁਹਾਡੇ ਮੰਦਰ ਬਹੁਤ ਉੱਚੇ ਹਨ, ਤੁਹਾਡੇ ਮਹੱਲ ਬੜੇ ਅਪਾਰ ਬੇਅੰਤ ਹਨ। ਸੋ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਮੰਦਰ ਸਰੀਰ ਤੁਸੀਂ ਸਾਜੇ ਨੇ ਇਹ ਵੀ ਬੜੇ ਉੱਚੇ ਨੇ। ਇੱਕ ਉੱਚੇ ਮੰਦਰ ਬਣਾਉਣ 'ਤੇ ਹਨ ਬ੍ਰਹਮ ਗਿਆਨੀ ਜਿਹੜੇ ਸਰੀਰ ਨੇ ਉਹ ਬੜੇ ਉੱਚੇ ਹਨ ਸੰਸਾਰ ਤੋਂ। ਔਰ ਇਸੇ ਤਰ੍ਹਾਂ ਸਰੂਪ ਰੂਪੀ ਮਹੱਲ ਤੁਹਾਡਾ ਬੜਾ ਅਪਾਰਾ ਬੇਅੰਤ ਹੈ। ਮੋਹਨ ਤੇਰੇ ਸੋਹਨ ਦੁਆਰ ਜੀਓ ਸੰਤ ਧਰਮਸ਼ਾਲਾ। ਹੇ ਮੋਹਨ ਅਕਾਲ ਪੁਰਖ ਜੀ, ਜਿਹੜੀਆਂ ਧਰਮਸ਼ਾਲਾਵਾਂ ਹਨ, ਸੋ ਜਿੱਥੇ ਸੰਤ ਲੋਕ ਬੈਠ ਕੇ ਤੁਹਾਡੀ ਭਗਤੀ ਕਰਦੇ ਨੇ, ਤੁਹਾਡੇ ਉਹ ਦੁਆਰੇ, ਤੁਹਾਡੇ ਉਹ ਦਰਬਾਰ, ਉਹ ਧਰਮਸ਼ਾਲਾਵਾਂ, ਧਰਮ ਅਸਥਾਨ ਜਿਹੜੀ ਹਨ ਬਹੁਤ ਸੋਭਾ ਪਾਉਂਦੇ ਨੇ, ਸੋਹੰਦੇ ਹਨ, ਸੋਭਦੇ ਹਨ। ਧਰਮਸਾਲ ਅਪਾਰ ਦਇਆਰ ਠਾਕੁਰ। ਹੇ ਪਾਰਾਵਾਰ ਤੋਂ ਰਹਿਤ ਪਰਮਾਤਮਾ, ਹੇ ਦਿਆਲੂ ਸਰੂਪ, ਹੇ ਠਾਕੁਰ ਅਕਾਲ ਪੁਰਖ ਜੀ, ਤੁਹਾਡੀਆਂ ਜਿਹੜੀਆਂ ਧਰਮਸ਼ਾਲਾਵਾਂ ਬਣੀਆਂ ਹੋਈਆਂ ਨੇ ਜਿੱਥੇ ਧਰਮ ਦਾ ਉਪਦੇਸ਼ ਦਿੱਤਾ ਜਾਂਦਾ, ਧਰਮ ਦਾ ਗਿਆਨ ਵੰਡਿਆ ਜਾਂਦਾ, ਸਦਾ ਕੀਰਤਨ ਗਾਵਹਿ। ਉਹਨਾਂ ਧਰਮਸ਼ਾਲਾਵਾਂ ਵਿੱਚ ਤੁਹਾਡੇ ਪਿਆਰੇ ਸਦਾ ਵਾਸਤੇ ਤੁਹਾਡੇ ਕੀਰਤਨ ਜਸ ਨੂੰ ਗਾਉਂਦੇ ਨੇ। ਜਹ ਸਾਧ ਸੰਤ ਇਕੱਤਰ ਹੋਵਹਿ ਤਾਹਾ ਤੁਝਹਿ ਧਿਆਵਹਿ। ਜਿੱਥੇ ਸਾਧੂ ਸੰਤ ਸੰਗਤ ਰੂਪ ਵਿੱਚ ਇਕੱਤਰ ਹੁੰਦੇ ਨੇ, ਸੰਤ ਸਭਾ ਲੱਗਦੀ ਹੈ। ਸੋ ਸਿੱਧ ਸਭਾ ਜਿਵੇਂ ਬਚਨ ਕੀਤਾ, ਸਿੱਖ ਸਭਾ, ਸੰਤ ਸਭਾ ਆਦਿਕ ਇਹ ਸਭਾਵਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਆਇਆ। ਸਾਧ ਸੰਤ ਜਿੱਥੇ ਇਕੱਤਰ ਹੁੰਦੇ, ਮਿਲ ਕੇ ਬੈਠਦੇ ਹਨ, ਤਾਂ ਸਾਧੂ ਸੰਤ ਹੁੰਦੇ ਹੀ ਉਹ ਨੇ ਜੋ ਵਾਹਿਗੁਰੂ ਦਾ ਸਿਮਰਨ ਕਰਨ। ਜੋ ਚੁਗਲੀ ਨਿੰਦਿਆ ਸੰਸਾਰੀ ਗੱਲਾਂ ਕਰਦੇ ਨੇ ਉਹਨਾਂ ਨੂੰ ਸਾਧੂ ਸੰਤ ਨਹੀਂ ਕਿਹਾ ਜਾ ਸਕਦਾ। ਉਹ ਜਿੱਥੇ ਵੀ ਮਹਾਰਾਜ ਇਕੱਤਰ ਹੁੰਦੇ ਨੇ ਧਰਮਸ਼ਾਲਾਵਾਂ ਆਦਿਕਾਂ 'ਚ, ਉੱਥੇ ਤੁਹਾਨੂੰ ਧਿਆਉਂਦੇ ਹਨ, ਸਿਮਰਦੇ ਹਨ, ਤੁਹਾਡਾ ਧਿਆਨ ਧਰਦੇ ਨੇ, ਤੁਹਾਡੀ ਯਾਦ ਵਿੱਚ ਜੁੜਦੇ ਨੇ। ਕਰ ਦਇਆ ਮਇਆ ਦਇਆਲ ਸੁਆਮੀ ਹੋ ਦੀਨ ਕਿਰਪਾਰਾ। ਹੇ ਅਕਾਲ ਪੁਰਖ ਸੁਆਮੀ ਜੀ, ਤੁਸੀਂ ਆਪਣੀ ਦਇਆ ਦ੍ਰਿਸ਼ਟੀ ਕਰਕੇ, ਆਪ ਮਿਹਰ ਕਰਕੇ, ਹੇ ਦਿਆਲੂ ਸੁਆਮੀ ਅਕਾਲ ਪੁਰਖ ਜੀ, ਹੋ ਦੀਨ ਕਿਰਪਾਰਾ,
ਤੁਸੀਂ ਦੀਨ ਜਿਹੜੇ ਆਜਿਜ਼ ਨਿਮਾਣੇ ਗਰੀਬ ਬਣ ਕੇ ਤੁਹਾਡੀ ਸ਼ਰਨ ਪੈਂਦੇ ਹਨ ਉਹਨਾਂ 'ਤੇ ਕਿਰਪਾਲੂ ਹੋ ਜਾਂਦੇ ਹੋ। ਅਥਵਾ ਅਸੀਂ ਤੁਹਾਡੇ ਹਾਂ ਦੀਨ ਜਾਚਕ ਗਰੀਬ, ਤੁਸੀਂ ਸਾਡੇ 'ਤੇ ਕਿਰਪਾਲੂ ਹੋ ਸੱਚੇ ਪਾਤਸ਼ਾਹ। ਬਿਨਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖ ਸਾਰਾ। ਅਸੀਂ ਬੇਨਤੀ ਪੂਰਵਕ ਕਹਿੰਦੇ ਹਾਂ ਕਿ ਤੁਹਾਡੇ ਦਰਸ਼ਨਾਂ ਦੀ ਪਿਆਸ ਵਿੱਚ ਹਾਂ। ਅਸੀਂ ਤੁਹਾਡੇ ਦਰਸ਼ਨਾਂ ਦੀ ਲਗਾਤਾਰ ਪਿਆਸ ਲੱਗੀ ਹੋਈ ਹੈ। ਮਿਲ ਦਰਸ਼ਨ ਸੁਖ ਸਾਰਾ, ਤੁਹਾਡਾ ਦਰਸ਼ਨ ਪ੍ਰਾਪਤ ਹੋ ਜਾਏ, ਤੁਹਾਨੂੰ ਮਿਲ ਪਈਏ, ਦਰਸ਼ਨ ਮਿਲੇ ਤਾਂ ਸਾਰਾ ਸ੍ਰੇਸ਼ਟ ਸੁਖ ਦੀ ਪ੍ਰਾਪਤੀ ਹੁੰਦੀ, ਮਨ ਨੂੰ ਸਾਰਾ ਹੀ ਸੁਖ ਮਿਲ ਜਾਂਦਾ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ। ਹੇ ਮੋਹਨ ਪਰਮੇਸ਼ਰ ਜੀ, ਤੁਹਾਡੀ ਸਿਫਤੋ ਸਿਫਾਤ ਵਾਲੇ, ਤੁਹਾਡੀ ਵਡਿਆਈ ਵਾਲੇ ਜਿਹੜੇ ਬਚਨ ਹਨ ਉਹ ਬੜੇ ਅਨੂਪ ਲਾਸਾਨੀ ਹਨ। ਉਹਨਾਂ ਦੀ ਕਿਸੇ ਚੀਜ਼ ਨਾਲ ਤਸ਼ਬੀਹ ਨਹੀਂ ਦਿੱਤੀ ਜਾ ਸਕਦੀ। ਅਨਊਪ, ਜਿਨ੍ਹਾਂ ਦੀ ਉਪਮਾ ਹੀ ਨਹੀਂ ਹੋ ਸਕਦੀ, ਤੁਹਾਡੀ ਵਡਿਆਈ ਵਾਲੇ ਬਚਨ ਐਸੇ ਨੇ। ਤੁਹਾਡੀ ਚਾਲ ਸੰਸਾਰ ਤੋਂ ਨਿਰਾਲੀ ਵੱਖਰੀ ਹੈ ਜੀ। ਸੋ ਸੱਚੇ ਪਾਤਸ਼ਾਹ ਜੀ, ਤੁਸੀਂ ਸੱਚਾ ਨਿਆਂ ਕਰਨ ਵਾਲੇ ਹੋ, ਤੁਸੀਂ ਭਗਤਾਂ ਨਾਲ ਪਿਆਰ ਕਰਨ ਵਾਲੇ ਹੋ, ਤੁਸੀਂ ਦੀਨਾਂ 'ਤੇ ਦਿਆਲੂ ਹੋਣ ਵਾਲੇ ਹੋ। ਇਉਂ ਸੰਸਾਰੀਆਂ ਨਾਲੋਂ, ਸੰਸਾਰ ਦੇ ਜੀਆਂ ਨਾਲੋਂ ਤੁਹਾਡੀ ਚਾਲ ਅਨੋਖੀ ਨਿਰਾਲੀ ਹੈ। ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਹੇ ਮੋਹਨ ਪਰਮੇਸ਼ਰ ਪਿਆਰੇ ਜੀ, ਜਿਹੜੇ ਤੁਹਾਡੇ ਸੰਤ ਨੇ ਨਾ, ਇੱਕ ਆਪ ਜੀ ਨੂੰ ਹੀ ਉਹ ਮੰਨਦੇ ਨੇ। ਤੁਹਾਡੇ ਸੰਤ ਭਗਤ ਵਾਹਿਗੁਰੂ ਜੀ, ਤੂੰ ਭਾਵ ਤੁਹਾਨੂੰ, ਉਹ ਤੁਹਾਨੂੰ ਇੱਕ ਨੂੰ ਹੀ ਮੰਨਦੇ ਨੇ। ਅਵਰ ਸਭ ਰਾਲੀ, ਉਹਨਾਂ ਦੀ ਅਵਸਥਾ ਹੈ ਕਿ ਹੋਰ ਸਭ ਕੁਝ ਰਾਲੀ ਮੈਨੇ ਖਾਕ ਖੇ ਰੂਪ ਹੈ, ਸਵਾਹ ਰੂਪ ਹੈ, ਨਾਸਵੰਤ ਹੈ ਸਾਰਾ ਕੁਝ। ਮਨ ਹੈ ਤਾਂ ਏਕ ਅਲੇਖ ਠਾਕੁਰ। ਮਨ ਹੈ ਬਹੁ ਵਚਨ ਹੈ, ਮੰਨਦੇ ਤਾਂ ਹਨ ਇੱਕ ਆਪ ਜੀ ਨੂੰ, ਪ੍ਰੋੜਤਾ ਕੀਤੀ ਹੈ। ਹਾਂਜੀ, ਦੁਬਾਰਾ ਕਹਿ ਰਹੇ ਹਾਂ ਕਿ ਇੱਕ ਆਪ ਜੀ ਨੂੰ ਮੰਨਦੇ ਹਨ, ਤੁਹਾਡੇ ਸੰਤ ਪੂਜਦੇ ਹਨ। ਅਲੇਖ, ਜੋ ਕਿ ਲੇਖਿਆਂ ਤੋਂ ਰਹਿਤ ਹੋ ਆਪ ਜੀ, ਜਿਨ੍ਹਾਂ ਦੇ ਸਿਰ 'ਤੇ ਕੋਈ ਲੇਖਾ ਨਹੀਂ ਔਰ ਲੇਖੇ ਵਿੱਚ ਆ ਵੀ ਨਹੀਂ ਸਕਦੇ ਆਪ ਜੀ। ਠਾਕੁਰ ਮਾਲਕ ਉਹ ਸਾਰੀ ਸ੍ਰਿਸ਼ਟੀ ਦੇ, ਜਿਨ੍ਹੇ ਸਭ ਕਲ ਧਾਰੀਆ। ਜਿਸ ਆਪ ਜੀ ਨੇ ਸਾਰੀ ਸ੍ਰਿਸ਼ਟੀ ਵਿੱਚ ਆਪਣੀ ਸੱਤਾ ਸਫੁਰਤੀ, ਆਪਣੀ ਕਲਾ, ਆਪਣੀ ਸ਼ਕਤੀ ਧਾਰਨ ਕੀਤੀ, ਟਿਕਾਈ ਹੋਈ ਹੈ ਜੀ। ਤੁਧ ਬਚਨ ਗੁਰ ਕੈ ਵਸ ਕੀਆ ਆਦ ਪੁਰਖ ਬਨਵਾਰੀਆ। ਇਹ ਸਾਰੀ ਸ੍ਰਿਸ਼ਟੀ ਦੇ ਆਦ ਮੁੱਢ ਰੂਪ, ਮੂਲ ਰੂਪ, ਇਹ ਪੁਰਖ ਪੂਰਨ ਵਿਆਪਕ ਵਾਹਿਗੁਰੂ, ਬਨਵਾਰੀਆ ਸੰਸਾਰ ਬਾਗ ਦੇ ਵਾਲੀ ਵਾਹਿਗੁਰੂ ਜੀ। ਤੁਧ ਆਪ ਜੀ ਨੂੰ ਤੁਹਾਡੇ ਸੰਤਾਂ ਭਗਤਾਂ ਨੇ ਗੁਰਾਂ ਦੇ ਬਚਨਾਂ ਦੁਆਰਾ ਵਸ ਕਰ ਲਿਆ। ਗੁਰੂ ਦੇ ਬਚਨ ਅਨੁਸਾਰ ਚੱਲ ਕੇ ਜਿਹੜੇ ਸੇਵਕ ਨੇ, ਭਗਤ ਨੇ, ਸੰਤ ਨੇ, ਉਹਨਾਂ ਨੂੰ ਆਦਿ ਪੁਰਖ ਬਨਵਾਰੀ, ਉਹਨਾਂ ਨੇ ਆਦਿ ਪੁਰਖ ਬਨਵਾਰੀ ਜੀ ਤੁਹਾਨੂੰ ਵਸ ਵਿੱਚ ਕਰ ਲਿਆ ਹੈ। ਤੂੰ ਆਪ ਚੱਲਿਆ, ਆਪ ਰਹਿਆ, ਆਪ ਸਭ ਕਲ ਧਾਰੀਆ। ਇਹ ਸੱਚੇ ਪਾਤਸ਼ਾਹ ਜੀ, ਜਦੋਂ ਇਹ ਜੀਵ ਸੰਸਾਰ ਦੇ ਸਰੀਰ ਛੱਡ ਕੇ ਜਾਂਦੇ ਨੇ, ਉਹਨਾਂ 'ਚ ਬੈਠੇ ਤੁਸੀਂ ਹੋ। ਚੇਤਨ ਸੱਤਾ ਹੋਣ ਕਰਕੇ ਆਤਮਾ ਜੋਤ ਜੀਵ ਆਤਮਾ ਤੁਸੀਂ ਹੋ। ਆਪ ਚੱਲਿਆ, ਆਪ ਰਹਿਆ ਅਤੇ ਆਪ ਹੀ ਸਾਰੇ ਸੰਸਾਰ 'ਚ ਸਮਾ ਰਹੇ ਹੋ ਆਪ ਜੀ। ਆਪ ਸਭ ਕਲ ਧਾਰੀ, ਆਪ ਹੀ ਸਾਰੀ ਕਲ ਸ਼ਕਤੀ ਧਾਰਨ ਕੀਤੀ ਹੋਈ, ਟਿਕਾਈ ਹੋਈ ਹੈ ਸੰਸਾਰ ਵਿੱਚ। ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਨ ਤੁਮਾਰੀ ਆ। ਅਸੀਂ ਬੇਨਤੀ ਕਰਦੇ ਹਾਂ ਆਪ ਜੀ ਨੂੰ, ਕਹਿੰਦੇ ਹਾਂ ਬੇਨਤੀ ਕਰਕੇ, ਇਹ ਸੱਚੇ ਪਾਤਸ਼ਾਹ ਸਾਰੇ ਸੇਵਕ ਤੁਹਾਡੀ ਸ਼ਰਨ ਵਿੱਚ ਜੋ ਆਏ ਹਨ, ਉਹਨਾਂ ਦੀ ਪੈਜ ਤੁਸੀਂ ਰੱਖੋ, ਪ੍ਰਤੱਗਿਆ ਰੱਖੋ, ਉਹਨਾਂ ਦੀ ਇੱਜ਼ਤ ਰੱਖੋ, ਕਾਇਮ ਰੱਖਦੇ ਹੀ ਹੋ ਆਪ ਜੀ। ਤੁਹਾਡਾ ਸੁਭਾਅ ਹੈ, ਸਾਰੇ ਸੇਵਕ ਆਪ ਜੀ ਦੀ ਸ਼ਰਨ ਵਿੱਚ ਰਹਿੰਦੇ ਨੇ ਅਤੇ ਤੁਸੀਂ ਉਹਨਾਂ ਦੀ ਪੈਜ ਰੱਖਦੇ ਹੋ। ਮੋਹਨ ਤੁਧ ਸਤ ਸੰਗਤ ਧਿਆਵੈ ਦਰਸ ਧਿਆਨਾ। ਹੇ ਮੋਹਨ ਪਰਮੇਸ਼ਰ ਅਕਾਲ ਪੁਰਖ ਜੀ, ਤੁਹਾਨੂੰ ਸਾਧ ਸੰਗਤ ਵਿੱਚ ਧਿਆਇਆ ਜਾਂਦਾ ਹੈ, ਤੁਹਾਨੂੰ ਸਾਧ ਸੰਗਤ ਧਿਆਉਂਦੀ ਸਿਮਰਦੀ ਹੈ। ਦਰਸ ਧਿਆਨਾ, ਤੁਹਾਡੇ ਦਰਸ਼ਨਾਂ ਦੇ ਧਿਆਨ ਵਿੱਚ ਰਹਿੰਦੀ ਹੈ ਸਾਧ ਸੰਗਤ, ਤੁਹਾਡੇ ਦਰਸ਼ਨਾਂ ਦੀ ਇੱਛਾ ਰੱਖਦੀ ਹੈ। ਮੋਹਨ ਜਮ ਨੇੜ ਨਾ ਆਵੈ ਤੁਧ ਜਪਹਿ ਨਿਦਾਨਾ। ਹੇ ਮੋਹਨ ਪਰਮੇਸ਼ਰ ਅਕਾਲ ਪੁਰਖ ਜੀ, ਜਿਹੜੇ ਤੁਹਾਨੂੰ ਜਪਦੇ ਹਨ ਨਾ, ਅੰਤ ਨੂੰ ਜਮ ਉਹਨਾਂ ਦੇ ਨੇੜੇ ਨਹੀਂ ਆਉਂਦੇ ਹਨ। ਸੋ ਇਸ ਪ੍ਰਕਾਰ ਜਮ ਨੇੜ ਨਾ ਆਵੈ, ਆਤਮਿਕ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ, ਮੌਤ ਦਾ ਸਹਿਮ ਉਹਨਾਂ ਦੇ ਨੇੜੇ ਨਹੀਂ ਆਉਂਦਾ। ਨਿਦਾਨਾਂ ਦਾ ਅਰਥ ਹੈ ਬੱਚਾ, ਨਿਦਾਨਾਂ ਦਾ ਅਰਥ ਹੈ ਮੂਰਖ, ਨਿਦਾਨਾਂ ਦਾ ਅਰਥ ਹੈ ਅੰਤ, ਅਖੀਰ। ਸੋ ਜਿਹੜੇ ਨਿਦਾਨ ਵੀ ਹੋਣ, ਬੇਸਮਝ ਵੀ ਹੋਣ, ਸ਼ਾਸਤਰ ਗਿਆਨ ਵੱਲੋਂ ਬਹੁਤੇ ਚਤਰ ਨਾ ਹੋਣ, ਉਹ ਵੀ ਜੇ ਤੁਹਾਨੂੰ ਧਿਆਉਂਦੇ, ਸਿਮਰਦੇ ਹਨ ਤਾਂ ਜਪਦੇ ਹਨ, ਤਾਂ ਉਹਨਾਂ ਦੇ ਨੇੜੇ ਵੀ ਅੰਤ ਨੂੰ ਜਮ ਨਹੀਂ ਆ ਸਕਦੇ। ਸੱਚੇ ਪਾਤਸ਼ਾਹ, ਜਮ ਨਹੀਂ ਨੇੜੇ ਆ ਸਕਦਾ। ਜਮਕਾਲ ਤਿਨ ਕਉ ਲੱਗਿਆ ਨਾਹੀਂ ਜੋ ਇੱਕ ਮਨ ਧਿਆਵਹਿ।
ਜਮ ਕਾਲ ਉਹਨਾਂ 'ਤੇ ਲਾਗੂ ਨਹੀਂ ਹੁੰਦਾ, ਭਾਵ ਮੌਤ ਉਹਨਾਂ ਨੂੰ ਅਧੀਨ ਨਹੀਂ ਕਰ ਸਕਦੀ। ਧਰਮਰਾਜ ਦੇ ਜਿਹੜੇ ਦੂਤ ਫਰਿਸ਼ਤੇ ਹਨ ਉਹਨਾਂ ਉੱਪਰ ਲਾਗੂ ਨਹੀਂ ਹੋ ਸਕਦੇ। ਕੌਣ? ਜਿਹੜੇ ਜੋ ਇੱਕ ਮਨ ਧਿਆਵ ਹੈ, ਜਿਹੜੇ ਮਨ ਦੀ ਇਕਾਗਰਤਾ ਨਾਲ ਇੱਕ ਮਨ ਹੋ ਕੇ ਸੱਚੇ ਪਾਤਸ਼ਾਹ ਮਨ ਹੀ ਮਨ ਦੁਆਰਾ ਜੋ ਇੱਕ ਆਪ ਜੀ ਨੂੰ ਧਿਆਉਂਦੇ ਹਨ। ਮਨ ਬਚਨ ਕਰਮ ਜੇ ਤੁਧ ਅਰਾਧਾ ਹੈ, ਸੇ ਸਭੇ ਫਲ ਪਾਵਹਿ। ਜਿਹੜੇ ਮਨ ਵਿੱਚ ਵੀ ਤੁਹਾਡਾ ਧਿਆਨ ਧਰਦੇ ਨੇ, ਸਿਮਰਨ ਕਰਦੇ ਨੇ, ਸੋ ਸੱਚੇ ਪਾਤਸ਼ਾਹ ਜੀ ਜਿਹੜੇ ਬਚਨਾਂ ਦੁਆਰਾ ਬਾਣੀ ਦੁਆਰਾ ਵੀ ਤੁਹਾਡਾ ਹੀ ਜਾਪ ਕਰਦੇ ਨੇ, ਜਿਹੜੇ ਕਰਮਾਂ ਦੁਆਰਾ ਵੀ ਸੱਚੇ ਪਾਤਸ਼ਾਹ ਤੁਹਾਡਾ ਚੇਤਾ ਰੱਖ ਕੇ ਕਰਮ ਕਮਾਉਂਦੇ ਨੇ, ਸ਼ੁਭ ਮੰਦ ਕਰਮਾਂ ਨੂੰ ਕਰਨ ਤੋਂ ਰੁਕਦੇ ਨੇ, ਜਾਂ ਮਨ ਬਾਣੀ ਸਰੀਰ ਕਰਕੇ ਜਿਹੜੇ ਤੁਹਾਡਾ ਆਰਾਧਨ ਕਰਦੇ ਹਨ, ਸੇ ਸਭੇ ਫਲ ਪਾਵਹਿ। ਉਹ ਸਾਰੀ ਮਨ ਇਛਤ ਫਲ ਜਿਹੜੇ ਹਨ, ਸੋ ਧਰਮ ਅਰਥ ਕਾਮ ਮੋਖ ਆਦਿਕ ਜਿੰਨੇ ਵੀ ਫਲ ਹਨ ਚੰਗੇ, ਗਿਆਨ ਫਲ, ਮੁਕਤ ਪਦਾਰਥ, ਸੋ ਇਸ ਪ੍ਰਕਾਰ ਦੀਆਂ ਵੱਡੀਆਂ ਬਖਸ਼ਿਸ਼ਾਂ, ਵੱਡੇ ਫਲ ਪ੍ਰਾਪਤ ਕਰ ਲੈਂਦੇ ਨੇ। ਮਲ ਮੂਤ ਮੂੜ ਜੇ ਮੁਗਧ ਹੋਤੇ, ਸੇ ਦੇਖ ਦਰਸ ਸੁਗਿਆਨਾ। ਸੱਚੇ ਪਾਤਸ਼ਾਹ ਜੀ ਜਿਹੜੇ ਜੀਵ ਪਹਿਲਾਂ ਮਲ ਨਾਲ, ਵਿਕਾਰਾਂ ਦੀ ਮੈਲ ਨਾਲ ਭਰੇ ਹੋਏ ਸੀ, ਸੋ ਮੂਤ ਵਰਗੇ ਗੰਦੇ ਪਲੀਤ ਸਨ ਸੱਚੇ ਪਾਤਸ਼ਾਹ ਜਿਹੜੇ ਉਗਣਾ ਕਰਕੇ, ਔਰ ਜਿਹੜੇ ਸ਼ਾਸਤਰ ਗਿਆਨ ਵੱਲੋਂ ਵੀ ਮੂੜ ਮੂਰਖ ਸੀ, ਅਤੇ ਦੁਨਿਆਵੀ ਤੌਰ 'ਤੇ ਵੀ ਜਿਹੜੇ ਮੁਗਧ ਸਨ, ਬਿਲਕੁਲ ਬਸਮਝ ਸੀ, ਸੇ ਦੇਖ ਦਰਸ ਸੁਗਿਆਨਾ। ਉਹ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਸ੍ਰੇਸ਼ਟ ਗਿਆਨਵਾਨ ਹੋ ਗਏ ਹਨ, ਗਿਆਨਵਾਨ ਹੋ ਜਾਂਦੇ ਨੇ। ਬਿਨਵੰਤ ਨਾਨਕ ਰਾਜ ਨਿਹਚਲ ਪੂਰਨ ਪੁਰਖ ਭਗਵਾਨਾ। ਸਤਿਗੁਰੂ ਜੀ ਕਹਿੰਦੇ ਅਸੀਂ ਬੇਨਤੀ ਪੂਰਵਕ ਕਹਿੰਦੇ ਹਾਂ ਕਿ ਹੇ ਪੂਰਨ, ਹੇ ਪੁਰਖ ਵਿਆਪਕ, ਹੇ ਭਗਵਾਨ ਖਟ ਭਗਾਂ ਸੰਪੰਨ ਵਾਹਿਗੁਰੂ ਜੀ, ਤੁਹਾਡਾ ਹੀ ਰਾਜ ਨਿਹਚਲ ਅਚਲ ਹੈ। ਤੁਹਾਡਾ ਸਾਰੇ ਸੰਸਾਰ 'ਚ, ਤਿੰਨਾਂ ਲੋਕਾਂ 'ਚ, ਸਾਰੀ ਸ੍ਰਿਸ਼ਟੀ ਵਿੱਚ ਹੀ ਰਾਜ ਹੈ, ਹਮੇਸ਼ਾ ਹੀ ਨਿਹਚਲ ਰਹੇਗਾ। ਹੋਰਨਾਂ ਦੇ ਰਾਜ ਤਾਂ ਅਚਲ ਰਹਿੰਦੇ ਨਹੀਂ, ਅੱਜ ਰਾਜ ਆ ਕੱਲ੍ਹ ਨੂੰ ਖੁੱਸ ਜਾਏਗਾ, ਜਾਂ ਰਾਜ ਭਾਗ ਛੱਡ ਕੇ ਕੋਈ ਤਖਤ ਨੂੰ ਛੱਡ ਕੇ ਤਖਤੇ 'ਤੇ ਪੈ ਜਾਏਗਾ, ਖਾਕ 'ਚ ਰਲ ਜਾਏਗਾ। ਇਸ ਕਰਕੇ ਰਾਜ ਆਪ ਜੀ ਦਾ ਨਿਹਚਲ ਅਚਲ ਹੈ ਹਮੇਸ਼ਾ। ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਹੇ ਮੋਹਨ ਪਰਮੇਸ਼ਰ ਅਕਾਲ ਪੁਰਖ ਜੀ, ਤੁਸੀਂ ਸ੍ਰੇਸ਼ਟ ਫਲਾਂ ਨਾਲ ਫਲੇ ਹੋਏ ਹੋ। ਸ਼ੁਭ ਗੁਣਾ ਰੂਪੀ ਫਲ ਹਨ ਤੁਹਾਡੇ ਵਿੱਚ ਸੱਚੇ ਪਾਤਸ਼ਾਹ। ਸਣ ਪਰਵਾਰੇ, ਜਿਹੜਾ ਤੁਹਾਡਾ ਪਰਿਵਾਰ ਹੈ, ਪਰਿਵਾਰ ਸਮੇਤ ਹੀ ਸ੍ਰੇਸ਼ਟ ਫਲਾਂ ਨਾਲ ਤੁਸੀਂ ਫਲੇ ਹੋਏ ਹੋ। ਪਰਿਵਾਰ ਕਿਹੜਾ ਹੈ? ਵੈਸੇ ਤਾਂ ਸ੍ਰਿਸ਼ਟੀ ਸਾਰੀ ਵਾਹਿਗੁਰੂ ਦਾ ਪਰਿਵਾਰ ਹੀ ਹੈ, ਧੀਆਂ ਪੁੱਤਰ ਬੱਚੇ ਬੱਚੀਆਂ ਹਨ, ਅਤੇ ਵੈਸੇ ਖਾਸ ਕਰਕੇ ਜਿਹੜਾ ਵਾਹਿਗੁਰੂ ਦਾ ਪਰਿਵਾਰ ਹੈ ਉਹ ਸੰਤਾਂ ਨੂੰ ਕਿਹਾ ਜਾਂਦਾ ਹੈ। ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕੀਨੋ ਸੌਤ ਵਿਧਾਤਾ। ਹਰੀ ਦੇ ਜਨਾਂ ਭਗਤਾਂ ਦਾ ਸਫਲ ਜੀਵਨ ਹੈ, ਜਿਨ੍ਹਾਂ ਨੇ ਵਾਹਿਗੁਰੂ ਨੂੰ ਵੀ ਸੌਂਤਰੇ ਬਣਾ ਦਿੱਤਾ। ਪਰਮਾਤਮਾ ਨੇ ਆਪਣੇ ਪੁੱਤਰ ਮੰਨੇ ਹਨ ਸੰਤ ਲੋਕ, ਜਿਹੜੇ ਬੰਦਗੀ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਬਣ ਗਏ। ਸਾਰੇ ਔਗੁਣ ਵਕਾਰ ਦੋਸ਼ ਮੈਲਾਂ ਮਿਟ ਗਈਆਂ, ਵਾਹਿਗੁਰੂ ਸਰੂਪ ਹੀ ਹੋ ਗਏ। ਉਹਨਾਂ ਨੂੰ ਵਾਹਿਗੁਰੂ ਦੇ ਪੁੱਤਰ ਮੰਨਿਆ ਜਾਂਦਾ ਹੈ। ਸੋ ਇਸ ਪ੍ਰਕਾਰ ਉਹ ਜਿਹੜਾ ਤੁਹਾਡਾ ਪਰਿਵਾਰ ਹੈ ਸੰਤਾਂ ਭਗਤਾਂ ਵਾਲਾ, ਉਹ ਉਹਨਾਂ ਪਰਿਵਾਰ ਦੇ ਜੀਆਂ ਸਮੇਤ ਸੱਚੇ ਪਾਤਸ਼ਾਹ ਤੁਸੀਂ ਸ੍ਰੇਸ਼ਟ ਫਲਾਂ ਨਾਲ ਫਲੇ ਹੋਏ ਹੋ। ਵਾਹਿਗੁਰੂ ਵਿੱਚ ਤਾਂ ਅੱਗੇ ਹੀ ਫਲ ਲੱਗੇ ਹੀ ਹੋਏ ਨੇ ਹਮੇਸ਼ਾ। ਸਾਰੇ ਸ਼ੁਭ ਗੁਣ ਹਨ, ਸਾਰੀਆਂ ਸ਼ਕਤੀਆਂ ਹਨ, ਸਾਰੀਆਂ ਤਾਕਤਾਂ ਹਨ, ਤਾਂ ਇਸ ਤਰ੍ਹਾਂ ਪਰਿਵਾਰ ਸਮੇਤ ਹੀ ਤੁਸੀਂ ਫਲੇ ਹੋਏ ਹੋ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। ਹੇ ਮੋਹਨ ਪਰਮੇਸ਼ਰ ਜੀ, ਜਿਹੜੇ ਤੁਹਾਡੇ ਚਰਨਾਂ ਨਾਲ ਜੁੜੇ ਨੇ ਉਹ ਆਪ ਤਾਂ ਤਰੇ ਹੀ ਨੇ। ਉਹਨਾਂ ਨੇ ਆਪਣੇ ਪੁੱਤਰਾਂ ਨੂੰ, ਆਪਣੇ ਮਿੱਤਰਾਂ ਨੂੰ, ਭਾਈਆਂ, ਪਰਿਵਾਰ, ਕੁਟੰਬ, ਕਬੀਲਾ, ਪਰਿਵਾਰ ਸਭ ਤਾਰ ਦਿੱਤੇ ਹਨ। ਜਿਹੜੇ ਤੁਹਾਡੇ ਚਰਨਾਂ ਨਾਲ ਜੁੜੇ ਸੱਚੇ ਪਾਤਸ਼ਾਹ, ਤੁਸੀਂ ਆਪਣੇ ਭਗਤਾਂ ਦੇ ਪੁੱਤਰ, ਮਿੱਤਰ, ਭਰਾ, ਕੁਟੰਬ, ਪਰਿਵਾਰ ਸਾਰੇ ਤਾਰੇ ਹਨ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨ੍ਹਾਂ ਦਰਸ਼ਨ ਪਾਇਆ। ਜਿਨ੍ਹਾਂ ਨੇ ਤੁਹਾਡਾ ਦਰਸ਼ਨ ਪ੍ਰਾਪਤ ਕਰ ਲਿਆ, ਉਹਨਾਂ ਨੂੰ ਤੁਸੀਂ ਜਹਾਨ ਸਾਰੇ ਤੋਂ ਤਾਰ ਦਿੱਤਾ। ਉਹਨਾਂ ਦੇ ਹਿਰਦੇ ਵਿੱਚੋਂ ਅਭਿਮਾਨ, ਅਹੰਕਾਰ ਆ ਜਿਹੜਾ ਮਾਣ ਬੈਠਾ ਹੋਇਆ, ਲੱਥ ਗਿਆ। ਜਿਨ੍ਹਾਂ ਤੁਹਾਡਾ ਦਰਸ਼ਨ ਪਾਇਆ ਹੈ, ਉਹਨਾਂ ਦੀ ਸਤਸੰਗਤ, ਉਹਨਾਂ ਦੀ ਬਦੌਲਤ, ਉਹਨਾਂ ਦੀ ਸੰਗਤ ਕਰਕੇ ਹੋਰ ਵੀ ਜਹਾਨ ਦੇ ਲੋਕ ਤਰੇ ਹਨ। ਉਹਨਾਂ ਬੇਅੰਤ ਜਹਾਨ ਤਾਰਿਆ ਹੈ। ਜਿਨੀ ਤੁਧ ਨੂੰ ਧਨ ਕਹਿਆ, ਤਿੰਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਵੀ ਤੁਹਾਨੂੰ ਧੰਨ ਧੰਨ ਕਹਿ ਕੇ ਸੁਲਾਇਆ ਹੈ, ਵਾਹ ਵਾਹ ਕਰਕੇ ਜਸ ਗਾਇਆ, ਤੁਹਾਡੀ ਵਡਿਆਈ ਕੀਤੀ ਹੈ। ਸੋ ਸੱਚੇ ਪਾਤਸ਼ਾਹ ਜੀ, ਤੁਹਾਡੇ ਨਾਮ ਦੀ ਵਡਿਆਈ ਦੀ ਇਹ ਤਸਵੀਰ ਹੈ ਕਿ ਜਮ ਉਹਨਾਂ ਦੇ ਨੇੜੇ ਨਹੀਂ ਆ ਸਕਿਆ। ਬੇਅੰਤ ਗੁਣ ਤੇਰੇ ਕਥੇ ਨਾ ਜਾਹੀ, ਸਤਿਗੁਰ ਪੁਰਖ ਮੁਰਾਰੇ। ਹੇ ਸਤਿਗੁਰੂ ਸਰੂਪ, ਹੇ ਪੁਰਖ ਪੂਰਨ, ਹੇ ਮੁਰਾਰੇ ਸੰਸਾਰ
ਦੇ ਵਿੱਚ ਜਿਹੜਾ ਸੰਤਾਪ ਆ ਉਹਨੂੰ ਨਾਸ਼ ਕਰਨ ਵਾਲੇ। ਸੋ ਇਸ ਤਰ੍ਹਾਂ ਤੇ ਮੁਰਾਰੀ ਕ੍ਰਿਸ਼ਨ ਜਿਹਦਾ ਨਾਮ ਪਿਆ ਸੀ, ਮੁਰ ਨਾਂ ਦੇ ਦੈਂਤ ਨੂੰ ਮਾਰਿਆ ਸੀ। ਇੱਥੇ ਮੁਰ ਦੈਂਤ ਕਿਹੜਾ ਸੰਤਾਪ ਅਰੀ ਵੈਰੀ, ਸੰਤਾਪ ਹਰਤਾ ਵਾਹਿਗੁਰੂ ਅਕਾਲ ਪੁਰਖ ਜੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਸਤਿਗੁਰੂ ਰਾਮਦਾਸ ਜੀ, ਤੁਸੀਂ ਅਕਾਲ ਪੁਰਖ ਸਰੂਪ ਹੀ ਹੋ। ਤੁਹਾਡੇ ਗੁਣ ਕਥੇ ਨਹੀਂ ਜਾ ਸਕਦੇ। ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਅਸੀਂ ਬੇਨਤੀ ਪੂਰਵਕ ਕਹਿੰਦੇ ਹਾਂ ਕਿ ਜਿਨ੍ਹਾਂ ਵੀ ਤੁਹਾਡੀ ਟੇਕ ਰੱਖੀ ਹੈ ਮਨ 'ਚ ਸੱਚੇ ਪਾਤਸ਼ਾਹ, ਟੇਕ ਤੁਹਾਡੇ 'ਤੇ ਰੱਖੀ ਹੈ, ਜਿਤ ਲਗ ਤਰਿਆ ਸੰਸਾਰੇ, ਜਿਸ ਟੇਕ ਨਾਲ ਲੱਗ ਕੇ ਸੰਸਾਰ ਤੋਂ ਤਰਿਆ ਜਾਂਦਾ ਹੈ। ਸੋ ਅਸੀਂ ਤੁਹਾਡੇ 'ਤੇ ਟੇਕ ਰੱਖੀ ਹੈ ਸੱਚੇ ਪਾਤਸ਼ਾਹ ਜੀ। ਗੌੜੀ ਮਹੱਲਾ ਪੰਜਵਾਂ ਸ਼ਲੋਕ। ਅੱਗੇ ਜੋ ਛੰਦ ਆ ਰਹੇ ਹਨ ਇਹ ਸ਼ਲੋਕਾਂ ਸਮੇਤ ਨੇ। ਸ਼ਲੋਕ ਸਵੈ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਬਚਨ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾਉਂਦੇ ਨੇ, ਪਤਤ ਅਸੰਖ ਪੁਨੀਤ ਕਰ ਪੁਨਹ ਪੁਨਹ ਬਲਿਹਾਰ, ਨਾਨਕ ਰਾਮ ਨਾਮ ਜਪ ਪਾਵਕੋ ਤਿਨ ਕਿਲ ਬਿਖ ਦਾਹਨਹਾਰ। ਹਜ਼ੂਰ ਅਕਾਲ ਪੁਰਖ ਦੇ ਨਾਮ ਦੀ ਵਡਿਆਈ ਕਰ ਰਹੇ ਨੇ ਕਿ ਜਿਹੜਾ ਨਾਮ ਹੈ ਪਰਮੇਸ਼ਰ ਦਾ, ਸੋ ਇਸ ਨਾਮ ਨੂੰ ਜਪ ਕੇ ਪਤਤ ਅਸੰਖ ਪੁਨੀਤ ਕਰ। ਇਸ ਨਾਮ ਨੇ ਜੋ ਨਾਮ ਜਪਣ ਵਾਲੇ ਸੀ ਉਹਨਾਂ ਪਤਤਾਂ ਨੂੰ, ਅਸੰਖ ਅਣਗਿਣਤ ਪਤਤ ਲੋਕਾਂ ਨੂੰ ਪੁਨੀਤ ਕਰਤਾ। ਪੁਨਹ ਪੁਨਹ ਬਲਿਹਾਰ, ਪੁਨਹ ਪੁਨਹ ਬਾਰ ਬਾਰ ਐਸੇ ਨਾਮ ਤੋਂ ਬਲਿਹਾਰ ਕੁਰਬਾਨ ਜਾਣਾ ਚਾਹੀਦਾ ਜਿਹੜਾ ਅਣਗਿਣਤ ਪਾਪੀਆਂ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦਾ। ਹਜ਼ੂਰ ਕਹਿੰਦੇ ਨਾਨਕ ਰਾਮ ਨਾਮ ਜਪ ਪਾਵਕੋ। ਹੇ ਭਾਈ, ਹਰੀ ਅਕਾਲ ਪੁਰਖ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਹ ਜਪੋ, ਉਹ ਪਾਵਕੋ ਅੱਗ ਦੀ ਨਿਆਈ ਹੈ। ਤਿੰਨ ਕਿਲ ਬਿਖ ਦਾਹਨਹਾਰ, ਜਿਸ ਤਰ੍ਹਾਂ ਘਾਹ ਬਨਸਪਤੀ ਨੂੰ, ਲੱਕੜਾਂ ਨੂੰ ਸਾੜਨ ਵਾਸਤੇ ਅੱਗ ਹੁੰਦੀ ਹੈ, ਇਸੇ ਤਰ੍ਹਾਂ ਜਿਹੜੇ ਕਿਲ ਬਿਖ ਬੱਜਰ ਪਾਪਾਂ ਰੂਪੀ ਤਿਣਕੇ ਨੇ ਨਾ, ਘਾਹ ਦੇ ਤਿਣਕੇ, ਕਾਮ ਕ੍ਰੋਧ ਮੋਹ ਲੋਭ ਹੰਕਾਰ ਤੋਂ ਪੈਦਾ ਹੋਏ ਪਾਪ, ਇਹਨਾਂ ਕਿਲ ਬਿਖ ਬੱਜਰ ਪਾਪਾਂ ਰੂਪੀ ਤਿਣਕਿਆਂ ਨੂੰ, ਘਾਹ ਦੇ ਤਿਲਿਆਂ ਨੂੰ, ਇਹ ਦਾਹਨਹਾਰ ਸਾੜਨ ਵਾਲੀ ਅੱਗ ਹੈ ਪਰਮੇਸ਼ਰ ਦੇ ਨਾਮ ਦੀ। ਵਾਹਿਗੁਰੂ ਦਾ ਨਾਮ ਅੱਗ ਦੀ ਨਿਆਈ, ਜਿਵੇਂ ਅੱਗ ਲੱਕੜਾਂ ਨੂੰ ਸਾੜਦੀ ਹੈ, ਇਹ ਪਾਪਾਂ ਰੂਪੀ ਲੱਕੜਾਂ ਨੂੰ, ਤਿਣਕਿਆਂ ਨੂੰ ਸਾੜਨ ਵਾਲਾ ਹੈ। ਸ਼ੰਤ ਅੱਗੇ ਸ਼ੰਤ ਵਿੱਚ ਸਤਿਗੁਰੂ ਖੁਲਾਸਾ ਕਰਦੇ ਨੇ, ਜਪ ਮਨਾ ਤੂੰ ਰਾਮ ਨਰਾਇਣ ਗੋਵਿੰਦਾ ਹਰ ਮਾਧੋ। ਹੇ ਮੇਰੇ ਮਨਾ, ਜਿਹੜਾ ਰਾਮ ਰਮਿਆ ਹੋਇਆ ਨਰਾਇਣ ਅਵਿਦਿਆ ਦੀ ਰਾਤ ਜਿਹਦੇ ਵਿੱਚ ਨਹੀਂ ਹੈ, ਗੋਵਿੰਦਾ ਜਿਹੜਾ ਗੋ ਸ੍ਰਿਸ਼ਟੀ ਦਾ ਵਿੰਦ ਰੱਖਿਅਕ ਹੈ, ਗੋ ਗੁਰੂ ਕੀ ਬਾਣੀ ਦੁਆਰਾ ਵਿੰਦ ਜਾਣਨੇ ਯੋਗ ਹੈ। ਸੋ ਇਸ ਪ੍ਰਕਾਰ ਗੋ ਇੰਦਰੀਆਂ ਦਾ ਵਿੰਦ ਪ੍ਰਕਾਸ਼ਕ ਹੈ ਪਰਮਾਤਮਾ ਹਰੀ, ਦੁੱਖਾਂ ਦਾ ਹਾਰਕ ਹੈ, ਸ਼ੁਭ ਗੁਣਾਂ ਦੀ ਹਰਿਆਵਲਤਾ ਬਖਸ਼ਣ ਵਾਲਾ, ਮਾਧੋ ਮਾਇਆਪਤੀ ਹੈ। ਐਸੇ ਪਰਮੇਸ਼ਰ ਨੂੰ ਇਹ ਮਨਾ ਤੂੰ ਜਪਿਆ ਕਰ। ਧਿਆਏ ਮਨਾ ਮੁਰਾਰ ਮੁਕੰਦੇ, ਕੱਟੀਐ ਕਾਲ ਦੁੱਖ ਫਾਧੋ। ਹਜ਼ੂਰ ਕਹਿੰਦੇ ਮਨ ਨੂੰ ਸਮਝਾਓ, ਮੁਖਾਤਬ ਹੋ ਕੇ ਉਪਦੇਸ਼ ਦਿਓ ਕਿ ਇਹ ਮੇਰੇ ਮਨਾ, ਜੋ ਮੁਰਾਰ ਮੁਰਾਰੀ ਹੈ ਪ੍ਰਮਾਤਮਾ, ਮੁਰ ਸੰਤਾਪ ਨੂੰ ਅਰੀ ਵੈਰੀ ਬਣ ਕੇ ਸਾੜਨ ਵਾਲਾ, ਨਾਸ਼ ਕਰਨ ਵਾਲਾ, ਸੰਤਾਪ ਹਰਤਾ। ਮੁਕੰਦੇ ਜੋ ਮੁਕਤੀ ਦਾਤਾ ਹੈ ਵਾਹਿਗੁਰੂ। ਸੋ ਕਾਲ ਦੁੱਖ ਫਾਧੋ, ਕਾਲ ਤੇ ਦੁੱਖਾਂ ਦੀਆਂ ਫਾਹੀਆਂ ਨੂੰ ਜਿਹੜਾ ਕੱਟ ਦੇਣ ਵਾਲਾ। ਮੁਰਾਰ ਮੁਕੰਦੇ ਪ੍ਰਮਾਤਮਾ ਨੂੰ ਜਪ ਮਨਾ, ਤੇ ਜਪ ਜਪ ਕੇ ਕੱਟ ਦਈਦਾ ਹੈ ਕਾਲ ਮੌਤ ਦਾ ਭੈ ਸਹਿਮ। ਅਤੇ ਇਸੇ ਤਰ੍ਹਾਂ ਜੰਮਣ ਮਰਨ ਦਾ ਦੁੱਖ, ਫਾਧੋ ਜਿਹੜੀਆਂ ਵਿਕਾਰਾਂ ਦੀਆਂ ਫਾਹੀਆਂ ਹਨ, ਇੰਝ ਕੱਟ ਲਈਦੀਆਂ ਹਨ। ਦੁੱਖ ਹਰਣ ਦੀਨ ਸਰਣ ਸ੍ਰੀ ਧਰ, ਚਰਨ ਕਮਲ ਅਰਾਧੀ ਹੈ। ਹਜ਼ੂਰ ਫਰਮਾਉਂਦੇ ਨੇ ਜੋ ਦੁੱਖਾਂ ਨੂੰ ਹਰਨ ਵਾਲਾ, ਨਾਸ਼ ਕਰਨ ਵਾਲਾ ਹੈ। ਦੀਨ ਸ਼ਰਨ, ਜਿਹੜੇ ਦੀਨ ਆਜਿਜ਼ ਨਿਮਾਣੇ ਗਰੀਬ ਬਣ ਕੇ ਸ਼ਰਨ ਚਾਹੁਣ, ਉਹਨਾਂ ਨੂੰ ਸ਼ਰਨ ਦਿੰਦਾ ਹੈ ਪਰਮਾਤਮਾ। ਦੀਨਾਂ ਗਰੀਬਾਂ ਦੀ ਸ਼ਰਨ ਰੂਪ ਹੈ। ਸ੍ਰੀ ਧਰ, ਸ੍ਰੀ ਲక్ష్ਮੀ ਦਾ ਜਿਹੜਾ ਧਾਰ ਆਸਰਾ ਰੂਪ ਹੈ। ਚਰਨ ਕਮਲ ਅਰਾਧੀ ਹੈ। ਐਸੇ ਵਾਹਿਗੁਰੂ ਪ੍ਰਮਾਤਮਾ ਦੇ ਕਮਲ ਵਰਗੇ ਸੋਹਣੇ ਚਰਨਾਂ ਨੂੰ ਅਰਾਧਣਾ ਚਾਹੀਦਾ ਹੈ, ਸਿਮਰਨਾ ਚਾਹੀਦਾ ਹੈ। ਜਮ ਪੰਥ ਬਿਖੜਾ ਅਗਨ ਸਾਗਰ, ਨਿਮਖ ਸਿਮਰਤ ਸਾਧੀ ਹੈ। ਜਿਹੜਾ ਜਮਾਂ ਦਾ ਪੰਥ ਰਸਤਾ ਬੜਾ ਬਿਖੜਾ ਹੈ, ਕਠਿਨ ਹੈ। ਭਾਵ ਇਸ ਬਿਖੜੇ ਪੈਂਡੇ ਨੂੰ ਲੰਘਣਾ, ਜਮਾਂ ਦੇ ਪ੍ਰਭਾਵ ਤੋਂ ਰਹਿਤ ਹੋਣਾ, ਇਹ ਪੰਥ ਬੜਾ ਬਿਖੜਾ ਹੈ। ਜਮ ਪੰਥ ਬਿਖੜਾ ਅਗਨ ਸਾਗਰ, ਇਹ ਸੰਸਾਰ ਵੀ ਅੱਗ ਦਾ ਸਾਗਰ ਹੈ।
ਤੇ ਅਗਲੇ ਜਹਾਨ ਵਿੱਚ ਜਮਾਂ ਤੋਂ ਛੁਟਕਾਰਾ ਪਾਉਣਾ ਇਸ ਅਗਨ ਸਾਗਰ ਤੋਂ ਬੜਾ ਕਠਿਨ ਹੈ। ਨਿਮਖ ਸਿਮਰਤ ਸਾਧੀ ਹੈ। ਵਾਹਿਗੁਰੂ ਪ੍ਰਮਾਤਮਾ ਨੂੰ ਜੇ ਨਿਮਖ ਮਾਤਰ ਵੀ ਸਿਮਰਨ ਲੱਗ ਪਈਏ ਤਾਂ ਨਿਮਖ ਮਾਤਰ ਪ੍ਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਸਾਧ ਲਈਦਾ ਇਸ ਮਾਰਗ ਨੂੰ, ਅੱਗ ਦੇ ਸਾਗਰ ਨੂੰ ਤਰ ਜਾਈਦਾ, ਅੱਗੇ ਲੰਘ ਜਾਈਦਾ। ਕਲ ਮਲਹ ਦਹਿਤਾ ਸੁਧ ਕਰਤਾ। ਕਲਯੁਗ ਦੇ ਮਲ ਮੈਲੇ ਜਿਹੜੇ ਪਾਪ ਨੇ। ਕਲ ਦਾ ਅਰਥ ਹੈ ਹਿਰਦੇ ਦਾ ਕਲੇਸ਼ ਵੀ ਹੈ, ਕਲ ਦਾ ਅਰਥ ਝਗੜਾ ਵੀ ਹੈ। ਕਲ ਮਲ ਹੈ ਪਾਪਾਂ ਦਾ ਹੀ ਨਾਮ। ਕਲ ਮਲ ਦਹਿਤਾ, ਕਲ ਮਲ ਹੈ ਦਹਿਤਾ, ਪਾਪਾਂ ਨੂੰ ਦਹਿਤਾ ਸਾੜਨ ਵਾਲਾ, ਸੁੱਧ ਕਰਤਾ ਹਿਰਦਿਆਂ ਨੂੰ ਸ਼ੁੱਧ ਕਰਨ ਵਾਲਾ। ਦਿਨ ਸਰੈਣ ਅਰਾਧੋ, ਐਸਾ ਵਾਹਿਗੁਰੂ ਦਾ ਨਾਮ ਦਿਨੇ ਤੇ ਰਾਤ ਅਰਾਧੋ ਜਪੋ ਸਿਮਰੋ। ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ। ਤੇ ਨਾਲ ਇੰਜ ਬੇਨਤੀ ਕਰੋ। ਹਜ਼ੂਰ ਕਹਿੰਦੇ ਨੇ, ਕਹੋਗੇ ਹੈ ਅਕਾਲ ਪੁਰਖ ਜੀ ਕਿਰਪਾ ਕਰੋ, ਹੇ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲੇ, ਹੇ ਗੋ ਸ੍ਰਿਸ਼ਟੀ ਦੇ ਬਿੰਦ ਰੱਖਿਅਕ, ਹੇ ਮਾਧੋ ਮਾਇਆਪਤੀ। ਇਹ ਬੇਨਤੀ ਪੂਰਵਕ ਇੰਜ ਕਹੋ ਕਿ ਮਹਾਰਾਜ ਕਿਰਪਾ ਕਰੋ, ਭਾਵ ਬੇਨਤੀਆਂ ਕਰੋ। ਸਿਮਰ ਮਨਾ ਦਾਮੋਦਰ ਦੁਖ ਹਰ, ਭੈ ਭੰਜਨ ਹਰ ਰਾਇਆ। ਹੇ ਮੇਰੇ ਮਨਾ, ਦਾਮੋਦਰ, ਦਾਮ ਰੱਸੀ ਤੇ ਉਦਰ ਪੇਟ, ਪ੍ਰੇਮ ਦੀ ਰੱਸੀ 'ਚ ਆਪਣੇ ਉਦਰ ਪੇਟ ਨੂੰ ਬਣਾਉਣ ਵਾਲੇ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰੋ। ਦੁੱਖ ਹਰ, ਉਹ ਦੁੱਖਾਂ ਨੂੰ ਹਰਨ ਵਾਲਾ ਹੈ। ਭੈ ਭੰਜਨ, ਸਾਰੇ ਡਰਾਂ ਨੂੰ ਨਾਸ ਕਰਨ ਵਾਲਾ, ਭੰਨ ਸੁੱਟਣ ਵਾਲਾ। ਹਰ ਰਾਇਆ, ਉਹ ਹਰੀ ਰਾਜਾ ਰੂਪ ਹੈ। ਹੇ ਮਨਾ, ਐਸੇ ਅਕਾਲ ਪੁਰਖ ਦਾ ਸਿਮਰਨ ਕਰ। ਵਾਹਿਗੁਰੂ ਜੀ ਦੀਆਂ ਵਡਿਆਈਆਂ ਤੇ ਮਨਾਂ ਨੂੰ ਪ੍ਰੇਰਨਾ ਦੇ ਰਹੇ ਨੇ ਸਤਿਗੁਰੂ ਮਹਾਰਾਜ। ਵਾਹਿਗੁਰੂ ਦੀ ਉਸਤਤ ਗਾ ਰਹੇ, ਦੱਸ ਰਹੇ ਹਨ ਕਿ ਕਿਉਂ ਸਿਮਰਨਾ ਹੈ। ਔਰ ਮਨ ਨੂੰ ਸਮਝਾਓ, ਕਹੋ ਮਨਾ ਸਿਮਰ ਐਸੇ ਵਾਹਿਗੁਰੂ ਨੂੰ ਜੋ ਐਸੇ ਗੁਣਾਂ ਦਾ ਮੁਜੱਸਮਾ ਹੈ, ਏਡੀਆਂ ਵੱਡੀਆਂ ਬਖਸ਼ਿਸ਼ਾਂ ਕਰਨ ਵਾਲਾ। ਸ਼੍ਰੀ ਰੰਗੋ ਦਇਆਲ ਮਨੋਹਰ ਭਗਤ ਵਸ਼ਲ ਬਿਰਦਾਇਆ। ਸ਼੍ਰੀ ਰੰਗੋ, ਸ਼੍ਰੀ ਲక్ష్ਮੀ ਨੂੰ ਰੰਗੋ ਆਨੰਦਿਤ ਕਰਨ ਵਾਲਾ। ਸ਼੍ਰੀ ਰੰਗੋ ਆਨੰਦਿਤ ਸਰੂਪ ਪਰਮਾਤਮਾ, ਸੋ ਲక్ష్ਮੀ ਨੂੰ ਧਾਰਨ ਕਰਨ ਵਾਲਾ। ਦਇਆਲ, ਦਇਆ ਦਾ ਘਰ ਵਾਹਿਗੁਰੂ। ਮਨੋਹਰ, ਮਨਾਂ ਨੂੰ ਹਰ ਲੈਣ ਵਾਲਾ, ਮਨਾਂ ਨੂੰ ਮੋਹਿਤ ਕਰਨ ਵਾਲਾ ਜਿਹੜਾ ਵਾਹਿਗੁਰੂ ਸੁੰਦਰ ਸਰੂਪ। ਭਗਤ ਵਸ਼ਲ ਬਿਰਦਾਇਆ, ਜਿਸ ਦਾ ਬਿਰਦ ਹੈ, ਬਿਰਦ ਪੁਰਾਣਾ ਸੁਭਾਅ, ਜਿਸ ਦਾ ਧਰਮ ਹੈ ਭਗਤੀ ਨਾਲ ਵਾਤਸਲ ਪਿਆਰ ਕਰਨਾ। ਨਿਰਸ਼ਿਤ ਪਿਆਰ, ਜਿਵੇਂ ਗਾਂ ਵੱਛੇ ਨਾਲ ਪਿਆਰ ਕਰਦੀ ਹੈ, ਇਸ ਤਰ੍ਹਾਂ ਨਿਰਸ਼ਿਤ ਵਾਤਸਲ ਪਿਆਰ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਬਿਰਦ ਹੈ। ਐਸੇ ਬਿਰਦ ਵਾਲੇ ਪਰਮਾਤਮਾ ਨੂੰ ਸਿਮਰਨਾ ਚਾਹੀਦਾ ਹੈ। ਭਗਤ ਵਸ਼ਲ ਪੁਰਖ ਪੂਰਨ, ਮਨਹਿ ਚੰਦਿਆ ਪਾਈਐ। ਫਿਰ ਸਤਿਗੁਰੂ ਜੀ ਬਚਨ ਫਰਮਾਉਂਦੇ ਨੇ ਕਿ ਉਹ ਵਾਹਿਗੁਰੂ ਭਗਤੀ ਨਾਲ ਨਿਰਸ਼ਿਤ ਪਿਆਰ ਕਰਨ ਵਾਲਾ, ਉਹਨੂੰ ਕੋਈ ਲਾਲਸਾ ਨਹੀਂ ਹੈ, ਵਾਤਸਲ ਪਿਆਰ ਕਰਦਾ। ਪੁਰਖ ਉਹ ਸਾਰੇ ਸਮਾਇਆ ਹੋਇਆ, ਤੇ ਪੁਰਖ ਸ੍ਰਿਸ਼ਟੀ ਦੇ ਸਾਰੇ ਜੀਆਂ ਦਾ ਖਸਮ ਰੂਪ ਹੈ। ਸਾਰੇ ਜੀ ਇਸਤਰੀਆਂ ਦੀ ਨਿਆਈ ਪਰਤੰਤਰ ਹਨ, ਪਰਧੀਨ ਹਨ, ਪਰ ਵਾਹਿਗੁਰੂ ਸਵੈਤੰਤਰ ਸਰੂਪ ਹੈ। ਐਸਾ ਜੋ ਪੁਰਖ ਹੈ ਤੇ ਪੂਰਨ ਸਾਰੇ ਸਮਾਇਆ ਹੋਇਆ, ਤੇ ਗੁਣਾ ਕਰਕੇ ਪੂਰਨ ਹੈ, ਸ਼ਕਤੀਆਂ ਕਰਕੇ ਪੂਰਨ ਹੈ। ਮਨਹਿ ਚੰਦਿਆ ਪਾਈ ਹੈ। ਐਸੇ ਵਾਹਿਗੁਰੂ ਦਾ ਸਿਮਰਨ ਕਰਕੇ ਮਨ ਚਿਤਵੇ ਫਲ ਪ੍ਰਾਪਤ ਕਰ ਲਈਦੇ ਹਨ। ਜੋ ਵੀ ਮਨ ਵਿੱਚ ਚਿਤਵਨੀ ਕਰੀਏ, ਜੋ ਇੱਛਾ ਕਰੀਏ ਕਿ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਸਾਨੂੰ ਆਹ ਦਾਤ ਮਿਲੇ, ਤਾਂ ਸਭ ਕੁਛ ਹੀ ਮਨ ਚਿਤਵੇ ਫਲ ਪਾ ਲਈਦੇ ਹਨ। ਤਮ ਅੰਧਕੂਪ ਤੇ ਉਧਾਰੈ, ਨਾਮ ਮਨ ਵਸਾਈਐ। ਜੇ ਵਾਹਿਗੁਰੂ ਜੀ ਦਾ ਨਾਮ ਨੂੰ ਮਨ 'ਚ ਮੰਨ ਲਈਏ ਤੇ ਮੰਨ ਕੇ ਮਨ ਵਿੱਚ ਵਸਾ ਲਈਏ ਅੰਦਰ ਹਿਰਦੇ ਦੇ, ਤਾਂ ਵਾਹਿਗੁਰੂ ਇਹ ਜਿਹੜਾ ਸੰਸਾਰ ਰੂਪੀ ਅੰਨਾ ਖੂਹ ਹੈ ਨਾ, ਇਸ ਅੰਨੇ ਖੂਹ ਦੇ ਹਨੇਰੇ ਤੋਂ, ਹਨੇਰਾ ਜਿਹੜਾ ਅਗਿਆਨਤਾ ਦਾ, ਵਿਕਾਰਾਂ ਦਾ ਅੰਨਾ ਖੂਹ ਹੈ ਸੰਸਾਰ, ਇਹਦੇ ਤੋਂ ਉਧਾਰ ਲੈਂਦਾ, ਤਾਰ ਲੈਂਦਾ ਹੈ, ਬਚਾ ਲੈਂਦਾ ਹੈ, ਇਹਦੇ 'ਚ ਡੁੱਬਣ ਨਹੀਂ ਦਿੰਦਾ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਗੁਣ ਅਨਕ ਭਗਤੀ ਗਾਇਆ। ਸੁਰ ਦੇਵਤੇ ਜਿਹੜੇ ਸੁਰਗ ਦੇ ਨੇ, ਸਿੱਧ ਪੁਰਸ਼ ਜਿਹੜੇ ਯੋਗਾ ਅਭਿਆਸ ਕਰਕੇ ਕਾਮਯਾਬ ਹੋਏ, ਗਣ ਜਿਹੜੇ ਸ਼ਿਵਗਣ ਆਦਿਕ ਦੇਵਤਿਆਂ ਦੇ ਗਣ ਸੇਵਕ ਹਨ, ਗੰਧਰਵ ਜਿਹੜੇ ਦੇਵਤਿਆਂ ਦੇ ਰਾਗੀ ਨੇ, ਜਸ ਗਾਉਣ ਵਾਲੇ ਉਹਨਾਂ ਦੇ ਦਰਬਾਰਾਂ 'ਚ, ਤੇ ਮੁਨ ਮੰਨਣਸ਼ੀਲ ਮਹਾਤਮਾ ਰਿਸ਼ੀ ਮੁਨੀ, ਤੇ ਜਨ ਜਿਹੜੇ ਬੇਅੰਤ ਪਰਮੇਸ਼ਰ ਦੇ ਸੇਵਕ ਹਨ। ਗੁਣ ਅਨਕ ਭਗਤੀ ਗਾਇਆ। ਸੋ ਇਸ ਪ੍ਰਕਾਰ ਅਨੇਕਾਂ ਉਹਨਾਂ ਗੁਰਮੁਖਾਂ ਭਗਤਾਂ ਨੇ ਪਰਮਾਤਮਾ ਦੇ ਅਨੇਕਾਂ ਗੁਣਾਂ ਨੂੰ ਗਾਇਆ ਹੈ। ਵਾਹਿਗੁਰੂ ਦੇ ਜਿਸ ਪਰਮਾਤਮਾ ਦੇ ਗੁਣ ਇਹਨਾਂ ਸਾਰਿਆਂ ਨੇ ਗਾਏ ਹਨ ਭਗਤੀ ਕਰਦਿਆਂ ਹੋਇਆਂ, ਤੇ ਅਨੇਕਾਂ ਭਗਤਾਂ ਨੇ
ਉਸ ਪਰਮਾਤਮਾ ਦਾ ਸਿਮਰਨ ਤੈਨੂੰ ਵੀ ਕਰਨਾ ਚਾਹੀਦਾ। ਬਿਨਵੰਤ ਨਾਨਕ ਕਰੋ ਕਿਰਪਾ, ਪਾਰ ਬ੍ਰਹਮ ਹਰ ਰਾਇਆ। ਐਸੇ ਵਾਹਿਗੁਰੂ ਅੱਗੇ ਬੇਨਤੀ ਪੂਰਵਕ ਕਹਿਣਾ ਚਾਹੀਦਾ ਕਿ ਵਾਹਿਗੁਰੂ ਜੀ, ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ, ਸ਼ੁੱਧ ਸਰੂਪ ਅਕਾਲ ਪੁਰਖ ਜੀ, ਮਾਇਆ ਤੋਂ ਪਰੇ, ਹੇ ਹਰੀ ਰਾਜਾ ਰੂਪ ਜੀ, ਸਾਡੇ ਤੇ ਵੀ ਕਿਰਪਾ ਕਰੋ। ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ, ਸਰਬ ਕਲਾ ਜਿਨ ਧਾਰੀ। ਹੇ ਮੇਰੇ ਮਨਾ, ਜੋ ਪਾਰ ਬ੍ਰਹਮ ਹੈ, ਮਾਇਆ ਤੋਂ ਪਰੇ, ਸੰਸਾਰ ਤੋਂ ਪਰੇ, ਸ਼ੁੱਧ ਸਰੂਪ ਪਰਮ ਈਸ਼ਰ, ਜਿਹੜੇ ਪੰਜ ਈਸ਼ਰ ਮੰਨੇ ਨੇ, ਉਹਨਾਂ ਸਾਰਿਆਂ ਤੋਂ ਪਰਮ ਈਸ਼ਰ। ਸਨਾਤਨ ਮਤ ਵਿੱਚ ਪੰਜ ਈਸ਼ਰ ਮੰਨੇ ਹਨ, ਜਿਵੇਂ ਸ਼ਿਵ ਜੀ, ਵਿਸ਼ਨੂੰ ਆਦਿਕ। ਤਾਂ ਮਹਾਰਾਜ ਕਹਿੰਦੇ ਨੇ ਸਾਰਿਆਂ ਤੋਂ ਵੱਡਾ ਪਰਮ ਈਸ਼ਰ, ਸਾਰਿਆਂ ਦਾ ਸ਼੍ਰੋਮਣੀ ਅਕਾਲ ਪੁਰਖ ਹੈ। ਸਰਬ ਕਲਾ ਜਨ ਧਾਰੀ, ਜਿਸ ਨੇ ਸਾਰੀਆਂ ਕਲਾ ਸ਼ਕਤੀਆਂ ਸੰਸਾਰ ਵਿੱਚ ਧਾਰੀਆਂ, ਬਣਾਈਆਂ, ਸੱਤਾ ਸਫੁਰਤੀ ਦਿੱਤੀ ਹੈ। ਸੋ ਸਾਰੀਆਂ ਕਲਾ ਸ਼ਕਤੀਆਂ ਦਾ ਜੋ ਮਾਲਕ ਹੈ, ਜਿਹਨੇ ਸਾਰੀਆਂ ਕਲਾ ਅੰਗੀਕਾਰ ਕੀਤੀਆਂ ਹੋਈਆਂ, ਹੇ ਮਨਾ, ਐਸੇ ਪਰਮੇਸ਼ਰ ਦਾ ਤੂੰ ਸਿਮਰਨ ਕਰ, ਐਸੇ ਵਾਹਿਗੁਰੂ ਨੂੰ ਚੇਤੇ ਕਰ। ਕਰੁਣਾ ਮੈਂ ਸਮਰੱਥ ਸੁਆਮੀ, ਘਟ ਘਟ ਪ੍ਰਾਣ ਆਧਾਰੀ। ਕਰੁਣਾ ਮੈਂ, ਇੱਥੇ ਪਾਠ ਕਰਨਾ ਹੈ ਕਰੁਣਾ ਮੈਂ, ਸੰਬੰਧਕ ਪਾਠ ਹੈ। ਕਰੁਣਾ ਨਹੀਂ ਕਹਿਣਾ, ਕਰੁਣਾ ਮੈਂ ਨਹੀਂ ਕਹਿਣਾ। ਇਹ ਸੰਬੰਧਕ ਪਾਠ ਹੈ। ਕਰੁਣਾ ਦੀ ਹੈ ਦਇਆ, ਤਰਸ, ਮਿਹਰ ਤੇ ਮੈਂ ਸਰੂਪ। ਜਿਹੜਾ ਕਰੁਣਾ ਮੈਂ ਕਿਰਪਾਲੂ ਸਰੂਪ ਹੈ, ਦਇਆ ਦਾ ਸਰੂਪ ਹੈ, ਤਰਸ ਸਰੂਪ ਹੈ ਤੇ ਸਾਰੀ ਸਮਰੱਥਾ ਵਾਲਾ, ਸਭ ਕੁਝ ਕਰਨ ਜੋਗਾ, ਪ੍ਰਭ ਸਭਨਾਂ ਗੱਲਾਂ ਜੋਗਾ ਜੀਓ। ਸਰਬ ਕਲਾ ਸਮਰੱਥ ਹੈ, ਸ਼ਕਤੀ ਵਾਲਾ ਪਰਮਾਤਮਾ, ਸਭ ਕੁਝ ਕਰ ਸਕਣ ਦੀ ਜਿਹਦੇ 'ਚ ਤਾਕਤ ਹੈ। ਤੇ ਸੁਆਮੀ, ਜੋ ਸਾਰੀ ਸ੍ਰਿਸ਼ਟੀ ਦੇ ਜੀਆਂ ਦਾ ਜਿੰਨੀ ਰਚਨਾ ਕੀਤੀ, ਉਹਦਾ ਸੁਆਮੀ ਹੈ, ਮਾਲਕ। ਘਟ ਘਟ ਪ੍ਰਾਣਧਾਰੀ, ਜਿੰਨੇ ਘਟ ਹਿਰਦੇ ਹਨ, ਇਹਨਾਂ ਸਾਰੇ ਘਟਾਂ ਦੇ ਵਿੱਚ ਜਿਹੜੇ ਪ੍ਰਾਣ ਚੱਲਦੇ ਨੇ, ਇਹਨਾਂ ਪ੍ਰਾਣਾਂ ਦਾ ਆਧਾਰੀ ਆਸਰਾ ਰੂਪ ਹੈ ਵਾਹਿਗੁਰੂ। ਪ੍ਰਾਣ ਮਨ ਤਨ ਜੀ ਦਾਤਾ, ਪ੍ਰਾਣ ਦੇਣ ਵਾਲਾ, ਮਨ ਦੇਣ ਵਾਲਾ, ਤਨ ਦੇਣ ਵਾਲਾ, ਜੀ ਜਿੰਦ ਦਾ ਦਾਤਾ, ਸਾਰੀਆਂ ਚੀਜ਼ਾਂ ਦਾ ਦਾਤਾ ਵਾਹਿਗੁਰੂ ਹੀ ਹੈ। ਜੀ ਦਾਨ, ਆਤਮ ਦਾਨ ਦੇਣ ਵਾਲਾ ਵੀ ਦਾਤਾ ਹੈ। ਬੇਅੰਤ ਅਗਮ ਅਪਾਰੋ, ਜਿਹਦਾ ਅੰਤ ਨਹੀਂ ਹੈ। ਅਗਮ ਮਨ ਦੀ ਪਹੁੰਚ ਤੋਂ ਪਰੇ ਹੈ, ਅਗਮਤਾ ਤੋਂ। ਅਪਾਰੋ, ਜਿਹਦਾ ਪਾਰਲਾ ਕੰਢਾ ਨਹੀਂ ਲੱਭਦਾ। ਸ਼ਰਨ ਜੋਗ ਸਮਰੱਥ ਮੋਹਨ, ਸਰਬ ਦੋਖ ਬਿਦਾਰੋ। ਸ਼ਰਨ ਆਉਣ ਵਾਲਿਆਂ ਨੂੰ ਸ਼ਰਨ ਦੇਣ ਦੇ ਯੋਗ ਹੈ। ਇੱਕ ਹੈ ਵੀ ਲੋਕ ਸ਼ਰਨ ਤਾਂ ਆਉਣ, ਪਰ ਅਗਲੇ ਪਾਸੇ ਸ਼ਰਨ ਮਿਲੇ ਨਾ, ਐਸਾ ਨਹੀਂ ਵਾਹਿਗੁਰੂ। ਜਿਹੜਾ ਵੀ ਸ਼ਰਨ ਲੈਣਾ ਚਾਹੇ, ਉਹਨੂੰ ਸ਼ਰਨ ਮਿਲ ਜਾਂਦੀ ਹੈ ਵਾਹਿਗੁਰੂ ਦੇ ਚਰਨਾਂ 'ਚ। ਸ਼ਰਨ ਆਉਣ ਵਾਲਿਆਂ ਨੂੰ ਸ਼ਰਨ ਦੇਣ ਦੇ ਯੋਗ ਸਮਰੱਥ। ਸੋ ਸ਼ਰਨ ਯੋਗ ਸਮਰੱਥ, ਸਾਰੀਆਂ ਸ਼ਕਤੀਆਂ ਕਰਕੇ ਵੀ ਸਮਰੱਥਾਵਾਨ ਹੈ, ਪੂਰਨ। ਤੇ ਮੋਹਨ, ਮਨਾਂ 'ਚੋਂ ਮੋਹ ਨੂੰ ਨਾਸ ਕਰਨ ਵਾਲਾ ਤੇ ਮਨਾਂ ਨੂੰ ਮੋਹਿਤ ਕਰ ਲੈਣ ਵਾਲਾ, ਐਡਾ ਸੁੰਦਰ ਸਰੂਪ। ਸਰਬ ਦੋਖ ਬਿਦਾਰੋ, ਸਾਰੇ ਦੋਸ਼ਾਂ ਨੂੰ ਬਿਦਾਰੋ, ਨਾਸ ਕਰਨ ਵਾਲਾ, ਸਾਡੇ ਸਾਰੇ ਦੋਸ਼ਾਂ ਨੂੰ ਨਾਸ ਕਰਨ ਵਾਲਾ। ਰੋਗ ਸੋਗ ਸਭ ਦੋਖ ਬਿਨਸਹਿ, ਜਪਤ ਨਾਮ ਮੁਰਾਰੀ। ਜਿਹੜੇ ਮੁਰਾਰੀ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ, ਜਪਣ ਵਾਲਿਆਂ ਦੇ ਸਾਰੇ ਰੋਗ, ਮਾਨਸਿਕ ਤੇ ਸਰੀਰਕ ਤੇ ਮਾਨਸਿਕ ਜਿਹੜੇ ਸੋਗ ਨੇ, ਸੋਗ ਚੰਬੜਦਾ, ਜਿਹੜੀ ਚਿੰਤਾ ਵਿਆਪਦੀ ਹੈ, ਗਮਰੋਠ ਹੋ ਜਾਂਦਾ ਬੰਦਾ, ਗਮ ਵਿੱਚ ਫਸ ਜਾਂਦਾ। ਸੋ ਸਾਰੇ ਦੋਸ਼ ਜਿਹੜੇ ਹਨ, ਵਿਕਾਰ ਦੋਸ਼, ਇਹ ਬਿਨਸ ਜਾਂਦੇ ਹਨ, ਦੁੱਖ ਵੀ ਬਿਨਸ ਜਾਂਦੇ ਨੇ ਐਸੇ ਮੁਰਾਰੀ ਦਾ ਨਾਮ ਜਪਦਿਆਂ ਹੋਇਆਂ। ਬਿਨਵੰਤ ਨਾਨਕ ਕਰੋ ਕਿਰਪਾ, ਸਮਰੱਥ ਸਭ ਕਲ ਧਾਰੀ। ਹਜ਼ੂਰ ਕਹਿੰਦੇ ਅਸੀਂ ਬੇਨਤੀ ਕਰਦੇ ਹਾਂ, ਬੇਨਤੀ ਪੂਰਵਕ ਕਹਿੰਦੇ ਹਾਂ ਕਿ ਵਾਹਿਗੁਰੂ ਜੀ ਕਿਰਪਾ ਕਰੋ, ਤੁਸੀਂ ਸਮਰੱਥ, ਸਰਬ ਕਲਾ ਸਮਰੱਥ ਹੋ, ਸਾਰੀਆਂ ਕਲਾ ਸ਼ਕਤੀਆਂ ਤੁਸੀਂ ਧਾਰਨ ਕੀਤੀਆਂ ਹੋਈਆਂ ਜੀ। ਗੁਣ ਗਾਓ ਮਨਾ, ਅਚੁੱਤ ਅਬਿਨਾਸੀ, ਸਭ ਤੇ ਊਚ ਦਇਆਲਾ। ਹੇ ਮੇਰੇ ਮਨਾ, ਐਸੇ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਨਵਾਦ ਨੂੰ ਤੂੰ ਗਾ, ਪਰਮਾਤਮਾ ਦੀਆਂ ਸਿਫਤਾਂ ਕਰ, ਜੋ ਅਚੁੱਤ ਅਟੁੱਲ ਹੈ। ਤਬਲ ਬਾਜਾਂ ਭਾਰ ਜਿਹੜਾ ਨਾ ਡਿੱਗੇ, ਅਚੁੱਤ ਅਟਲ, ਅਗਿੜ ਸਰੂਪ ਹੈ, ਅਗਿੜ ਤੇ ਅਬਿਨਾਸੀ, ਵਿਨਾਸ਼ ਤੋਂ ਰਹਿਤ, ਜਿਹਦਾ ਨਾਸ਼ ਖਾਤਮਾ ਕਦੇ ਨਾ ਹੋਏ। ਸਭ ਤੇ ਊਚ ਦਇਆਲਾ, ਸਾਰਿਆਂ ਤੋਂ ਉੱਚਾ ਹੈ। ਇੱਥੇ ਮਾਤ ਲੋਕ ਦੇ ਜੀਆਂ ਵਿੱਚੋਂ ਰਾਜੇ ਮਹਾਰਾਜੇ ਉੱਚੇ ਮੰਨੇ ਗਏ ਨੇ ਸੰਸਾਰੀ ਬਿਰਤੀ ਨਾਲ, ਤੇ ਉਹਨਾਂ ਤੋਂ ਉੱਚੇ ਸੁਰਗ ਦੇ ਦੇਵਤੇ ਮੰਨੇ ਗਏ। ਉਹਨਾਂ ਤੋਂ ਉੱਤੇ ਅੱਗੇ ਜਿਹੜੇ ਬ੍ਰਹਮਾ ਵਿਸ਼ਨੂੰ ਆਦਿਕ ਮੰਨੇ ਗਏ ਨੇ, ਉਹਨਾਂ ਸਾਰਿਆਂ ਤੋਂ ਉੱਚਾ, ਸਭ ਤੇ ਊਚ ਦਇਆਲਾ, ਦਇਆ ਦਾ ਘਰ ਹੈ ਵਾਹਿਗੁਰੂ। ਬਿਸੰਭਰ ਦੇਵਨ ਕੋ ਏਕੈ, ਸਰਬ ਕਲਾ ਕਰੈ ਪ੍ਰਤਪਾਲਾ।
ਵਿਸ਼ਵ ਸੰਸਾਰ ਦੇ ਜੀਆਂ ਦੇ ਢਿੱਡ ਨੂੰ ਭਰਨ ਵਾਲਾ, ਭਾਵ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਾ ਕਰਨ ਵਾਲਾ, ਸਾਰਿਆਂ ਨੂੰ ਦਾਤਾਂ ਦੇਣ ਵਾਸਤੇ ਜਿਹੜਾ ਇੱਕੋ ਇੱਕ ਹੈ। ਸਰਵ ਕਲਾ ਕਰੈ ਪ੍ਰਤਪਾਲਾ, ਸਾਰਿਆਂ ਜੀਆਂ ਦੀ ਜੀ ਪ੍ਰਤੀ ਪਾਲਣਾ ਕਰਨ ਵਾਲਾ, ਹਰ ਇੱਕ ਜੀਵ ਪ੍ਰਤੀ ਪਾਲਣਾ ਕਰਨ ਵਾਲਾ, ਜਿਹੜਾ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੈ। ਪ੍ਰਤਪਾਲ ਮਹਾ ਦਇਆਲ ਦਾਨਾ, ਦਇਆ ਧਾਰੇ ਸਭ ਕਿਸ਼ੈ, ਜਿਹੜਾ ਜੀਆਂ ਦੀ ਪ੍ਰਤਪਾਲਾ ਕਰਦਾ ਤੇ ਮਹਾਨ ਸਭ ਤੋਂ ਵੱਡਾ ਹੈ, ਦਇਆ ਦਾ ਘਰ ਹੈ, ਦਾਨਾ ਜਾਣਕਾਰ ਹੈ, ਸਾਰਿਆਂ ਦੇ ਹਿਰਦਿਆਂ ਦੀਆਂ ਗੁਪਤ ਗੱਲਾਂ ਨੂੰ ਵੀ ਜਾਣਦਾ ਵਾਹਿਗੁਰੂ, ਸਾਰੇ ਖਿਆਲ ਵਿਚਾਰ ਜੋ ਕੁਝ ਅਵਸਥਾ ਲੋਕਾਂ ਦੀ ਸਭ ਜਾਣਦਾ। ਫਿਰ ਦਇਆ ਧਾਰੇ ਸਭ ਕਿਸ ਹੈ, ਕਿੰਨੇ ਗੁਨਾਹਗਾਰ ਪਾਪੀ ਵਿਕਾਰੀ ਜੀਵ ਅਸੀਂ ਫਿਰਦੇ ਹਾਂ ਧਰਤੀ 'ਤੇ, ਫਿਰ ਵੀ ਸਾਰਿਆਂ 'ਤੇ ਦਇਆ ਧਾਰਨ ਕਰਦਾ ਪ੍ਰਮਾਤਮਾ। ਕਾਲ ਕੰਟਕ ਲੋਭ ਮੋਹ ਨਾਸੈ, ਜੀ ਜਾ ਕੇ ਪ੍ਰਭ ਬਸੈ, ਜਿਹੜਾ ਕੰਟਕ ਕੰਡਿਆਂ ਵਰਗਾ ਕਾਲ ਹੈ ਨਾ, ਜਿਵੇਂ ਕੰਡੇ ਵੱਜਣ 'ਤੇ ਦੁੱਖ ਪਹੁੰਚਦਾ, ਸੋ ਇਸ ਪ੍ਰਕਾਰ ਕਾਲ ਰੂਪੀ ਕੰਡੇ ਜਿਹੜੇ ਹਨ ਨਾਸ ਹੋ ਜਾਂਦਾ। ਕਾਲ ਮੌਤ ਦਾ ਸਹਿਮ ਰੂਪੀ ਕੰਡਾ ਵੀ ਤੇ ਲੋਭ ਵੀ ਤੇ ਮੋਹ ਵੀ ਨਾਸ ਕਰ ਦਿੰਦਾ ਪ੍ਰਮਾਤਮਾ। ਜੀ ਜਾ ਕੇ ਪ੍ਰਭ ਵਸੈ, ਜਿਸ ਦੇ ਜੀ ਹਿਰਦੇ ਅੰਦਰ ਪ੍ਰਮਾਤਮਾ ਵਸ ਜਾਂਦਾ ਹੈ, ਉਹਦੇ ਨੇੜੇ ਕਾਲ ਕੰਟਕ ਨਹੀਂ ਰਹਿੰਦਾ। ਕੰਟਕ ਕੰਡੇ ਵਾਂਗ ਦੁੱਖਦਾਈ ਜਿਹੜਾ ਕਾਲ ਹੈ, ਮੌਤ ਦਾ ਸਹਿਮ ਹੈ, ਪ੍ਰਭਾਵ ਹੈ, ਅਧੀਨਗੀ ਹੈ, ਇਹ ਨਾਸ ਹੋ ਜਾਂਦੀ ਹੈ। ਲੋਭ ਵੀ ਤੇ ਮੋਹ ਵੀ ਨਾਸ ਹੋ ਜਾਂਦਾ। ਸੋ ਪ੍ਰਸੰਨ ਦੇਵਾ ਸਫਲ ਸੇਵਾ, ਦੇਵਾ ਪ੍ਰਕਾਸ਼ ਰੂਪ ਪ੍ਰਮਾਤਮਾ ਜਿਨ੍ਹਾਂ ਦੇ ਭਲੀ ਪ੍ਰਕਾਰ ਪ੍ਰਸੰਨ ਹੁੰਦਾ, ਉਹਨਾਂ ਦੀ ਸੇਵਾ ਕੀਤੀ, ਭਗਤੀ ਕੀਤੀ, ਸਫਲ ਹੋ ਜਾਂਦੀ ਹੈ, ਫਲ ਦੇ ਸਹਿਤ ਹੋ ਜਾਂਦੀ, ਉਹਨੂੰ ਫਲ ਲੱਗ ਜਾਂਦਾ ਗਿਆਨ ਦਾ। ਭਈ ਪੂਰਨ ਘਾਲਾ, ਤੇ ਉਹਨਾਂ ਦੀ ਘਾਲਣਾ ਕੀਤੀ ਹੋਈ ਪੂਰਨ ਭਾਵ ਕੇ ਮੁਕੰਮਲ ਹੋ ਜਾਂਦੀ ਹੈ, ਭਾਵ ਕੇ ਪ੍ਰਵਾਨ ਚੜ੍ਹ ਜਾਂਦੀ ਹੈ ਵਾਹਿਗੁਰੂ ਦੇ ਚਰਨਾਂ 'ਚ, ਦਰਬਾਰ ਵਿੱਚ। ਬਿਨਵੰਤ ਨਾਨਕ ਇਛ ਪੁੰਨੀ ਜਬਦ ਦੀਨ ਦਇਆਲਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਅਸੀਂ ਬੇਨਤੀ ਕਰਕੇ ਕਹਿੰਦੇ ਹਾਂ ਕਿ ਦੀਨਾਂ ਤੇ ਦਇਆਲੂ ਕਿਰਪਾਲੂ ਹੋਣ ਵਾਲੇ ਵਾਹਿਗੁਰੂ ਪਰਮਾਤਮਾ ਨੂੰ ਜਪਣ ਵਾਲਿਆਂ ਦੀਆਂ ਸਾਰੀਆਂ ਇੱਛਾ ਪੁੰਨੀਆਂ ਪੁੱਗ ਗਈਆਂ। ਜਪਦਿਆਂ ਦੀਨ ਦਇਆਲ ਨੂੰ ਜਪਣ ਵਾਲਿਆਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ, ਸਮਝੋ ਹੋ ਜਾਂਦੀਆਂ ਹਨ, ਪਿੱਛੇ ਹੁੰਦੀਆਂ ਸੀ, ਹੁਣ ਹੋ ਰਹੀਆਂ ਨੇ, ਅੱਗੇ ਨੂੰ ਹੋਣਗੀਆਂ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਜੀ ਅਗਲਾ ਸ਼ੰਤ ਉਚਾਰਦੇ ਹਨ। ਸੁਣ ਸਖੀਏ ਮਿਲ ਉਦਮ ਕਰੇਹਾ, ਮਨਾਏ ਲੈ ਹੈ ਹਰ ਕੰਤਾ। ਹੇ ਸਖੀਏ ਸੁਣ, ਭਾਵ ਉਪਦੇਸ਼ ਸੁਣ, ਸਤਸੰਗਤ ਵਿੱਚ ਬਹਿ ਕੇ ਉਪਦੇਸ਼ ਗੁਰਾਂ ਦਾ ਸੁਣ ਤੇ ਮਿਲ ਕੇ ਸਤਸੰਗੀਆਂ ਵਿੱਚ ਉਦਮ ਕਰੇਹਾ। ਉਦਮ ਕਰ ਵਾਹਿਗੁਰੂ ਦੀ ਭਗਤੀ ਦਾ, ਕਿਉਂਕਿ ਉਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁਖ ਪੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਉਦਮ ਕਰ ਹਰ ਜਾਪਣਾ ਵੱਡ ਭਾਗੀ ਧਨ ਖਾਟ, ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਦੀ ਕਾਟ। ਉਦਮ ਤਾਂ ਕਰਨਾ ਹੀ ਚਾਹੀਦਾ ਨਾ, ਉਦਮ ਕਰ ਲੈ ਮਿਲ ਕੇ ਸਖੀਏ, ਮਨਾਏ ਲੈ ਹੈ ਹਰ ਕੰਤ। ਹਰੀ ਕੰਤ ਜੋ ਪਰਮੇਸ਼ਰ ਨੂੰ ਮਨਾ ਲੈ, ਮਤਲਬ ਪ੍ਰਸੰਨ ਕਰ ਲੈ। ਭਾਵ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਇਹੋ ਹੀ ਮੌਕਾ ਹੈ ਮਨੁੱਖਾ ਜਨਮ ਜਦੋਂ ਮਿਲਿਆ ਹੋਇਆ। ਮਾਨ ਤਿਆਗ ਕਰ ਭਗਤ ਠਗੌਰੀ, ਮੋਹ ਹੈ ਸਾਧੂ ਮੰਤੈ। ਪਰਮਾਤਮਾ ਨੂੰ ਵਸ ਵਿੱਚ ਕਰਨ ਵਾਸਤੇ ਇੱਕ ਠੱਗ ਬੂਟੀ ਆ, ਠੱਗ ਬੂਟੀ। ਸੋ ਕੀ ਹੈ ਉਹ ਭਗਤੀ। ਹਿਰਦੇ 'ਚੋਂ ਮਾਣ ਹੰਕਾਰ ਤਿਆਗ ਦੇ ਤੇ ਵਾਹਿਗੁਰੂ ਦੀ ਭਗਤੀ ਕਰ। ਇਹ ਭਗਤੀ ਹੀ ਪ੍ਰਮਾਤਮਾ ਨੂੰ ਵਸ ਵਿੱਚ ਲਿਆਉਣ ਵਾਲੀ ਠੱਗਮੂਰੀ ਹੈ। ਮੋਹ ਹੈ ਸਾਧੂ ਮੰਤ ਹੈ। ਸਾਧੂ ਸਤਿਗੁਰਾਂ ਦੇ ਮੰਤਰ ਉਪਦੇਸ਼ ਦੁਆਰਾ ਪਰਮੇਸ਼ਰ ਨੂੰ ਮੋਹਿਤ ਕਰ ਲਈਦਾ। ਵਾਹਿਗੁਰੂ ਪਰਮਾਤਮਾ ਗੁਰਾਂ ਦੇ ਉਪਦੇਸ਼ ਮੰਤਰ ਦੁਆਰਾ ਭਗਤੀ ਕਰਕੇ ਵਸ ਵਿੱਚ ਆ ਜਾਂਦਾ, ਉਹ ਮੋਹਿਤ ਹੋ ਜਾਂਦਾ ਹੈ। ਸਖੀ ਵਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇਹ ਸਖੀਏ, ਉਸ ਭਗਵੰਤ ਪਰਮਾਤਮਾ ਦੀ ਇੱਕ ਰੀਤ ਮਰਿਆਦਾ ਹੈ ਬੜੀ ਭਲੀ। ਇਹ ਉਹਦੀ ਸੋਹਣੀ ਮਰਿਆਦਾ ਹੈ ਕਿ ਇਹ ਸਖੀਏ ਜਦੋਂ ਇੱਕ ਵਾਰੀ ਭਗਤੀ ਦੇ ਪ੍ਰਤਾਪ ਕਰਕੇ ਵਸ ਵਿੱਚ ਆ ਜਾਂਦਾ ਨਾ, ਫਿਰ ਛੋੜ ਨਾ ਜਾਏ, ਫਿਰ ਆਪਣੇ ਸੇਵਕ ਨੂੰ ਕਿਧਰੇ ਛੱਡ ਕੇ ਨਹੀਂ ਜਾਂਦਾ ਹੈ। ਨਾਨਕ ਜਰਾ ਮਰਨ ਭੈ ਨਰਕ ਨਿਵਾਰੈ, ਪੁਨੀਤ ਕਰੈ ਤਿਸ ਜੰਤੈ। ਸਤਿਗੁਰੂ ਜੀ ਫਰਮਾਉਂਦੇ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ, ਕਿ ਜਿਹੜਾ ਭਗਤੀ ਕਰਦਾ ਨਾ ਵਾਹਿਗੁਰੂ ਦੀ, ਉਹਦੇ ਸਿਰ ਤੋਂ ਜਰਾ ਬੁਢੇਪਾ ਪਰੇ ਹੋ ਜਾਂਦਾ ਹੈ।
बुढ़ेपा नहीं ਉਹਦੇ ਤੇ ਅਸਰ ਕਰ ਸਕਦਾ। ਇਹ ਨਹੀਂ ਵੀ ਸਰੀਰਕ ਤੌਰ ਤੇ ਬੁਢਾਪਾ ਨਹੀਂ ਆਉਂਦਾ। ਜਿਵੇਂ ਗੁਰੂ ਅਮਰਦਾਸ ਮਹਾਰਾਜ ਬਿਰਧ ਅਵਸਥਾ ਸਰੀਰ ਤੇ ਆ ਗਿਆ, ਪਰ ਹਜ਼ੂਰ ਨੇ ਕਿਹਾ ਨਾ, ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਬੁਢਾਪਾ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਵੀ ਬੁਢਾਪੇ 'ਚ ਉਹਨਾਂ ਦੀ ਅਕਲ ਟਿਕਾਣੇ ਨਾ ਰਹੇ, ਵਾਹਿਗੁਰੂ ਦਾ ਸਿਮਰਨ ਨਾ ਕਰ ਸਕਣ। ਨਹੀਂ, ਸੁਰਤ ਉਹਨਾਂ ਦੀ ਬੜੀ ਉੱਚੀ ਚੜ੍ਹੀ ਹੁੰਦੀ ਹੈ। ਸੋ ਇਸ ਤਰ੍ਹਾਂ ਵਾਹਿਗੁਰੂ ਦਾ ਸਿਮਰਨ ਉੱਚੀ ਸੁਰਤ ਬਖਸ਼ ਦਿੰਦਾ। ਜਰਾ ਬੁਢੇਪੇ ਦਾ ਅਸਰ ਨਹੀਂ ਹੁੰਦਾ, ਮਰਨ ਸਰੀਰਕ ਮੌਤ ਦਾ ਪ੍ਰਭਾਵ ਨਹੀਂ ਪੈਂਦਾ, ਅਤੇ ਕਿਸੇ ਪ੍ਰਕਾਰ ਦਾ ਭੈ ਡਰ ਵੀ ਨਹੀਂ ਵਿਆਪਦਾ। ਨਰਕ ਨਿਵਾਰੈ। ਸੋ ਇਹ ਡਰ ਆਦਿਕ ਅਤੇ ਇਸ ਤਰ੍ਹਾਂ ਮਰਨ ਮੌਤ ਦਾ ਅਸਰ ਅਤੇ ਜਰਾ ਬੁਢੇਪਾ ਅਤੇ ਨਰਕ, ਇਹ ਨਿਵਾਰ ਦਿੰਦਾ ਪਰਮੇਸ਼ਰ ਦਾ ਨਾਮ। ਨਰਕ ਪਰੇ ਹੋ ਜਾਂਦੇ ਹਨ। ਸੋ ਨਰਕਾਂ ਦਾ ਅਸਰ ਨਹੀਂ ਪੈਂਦਾ ਹੈ। ਜਿਵੇਂ ਕਬੀਰ ਜੀ ਨੇ ਕਿਹਾ, ਸੁਰਗ ਬਾਸ ਨਾ ਬਾਸ਼ੀਆ ਡਰੀਆ ਨਾ ਨਰਕ ਨਿਵਾਸ। ਰੱਬ ਦਾ ਸੰਤ ਆਪਣੀ ਮਰਜ਼ੀ ਨਾਲ ਚਲਾ ਜਾਏ ਨਰਕ ਵਿੱਚ ਅਤੇ ਉਹ ਵੀ ਸ਼ਾਂਤ ਹੋ ਜਾਂਦੇ ਨੇ। ਇਸ ਪ੍ਰਕਾਰ ਕਬੀਰ ਜੀ ਕਹਿੰਦੇ, ਅਸੀਂ ਨਰਕਾਂ ਤੋਂ ਨਹੀਂ ਡਰਦੇ ਹਾਂ। ਜਿਵੇਂ ਕਿਹਾ ਜਾਂਦਾ ਸੀ ਕਿ ਹੜੰਬਾ ਧਰਤੀ 'ਤੇ ਜਿਹੜਾ ਮਰੇ ਉਹ ਨਰਕਾਂ ਨੂੰ ਜਾਂਦਾ ਜਾਂ ਗਧੇ ਦੀ ਜੂਨ 'ਚ ਪੈਂਦਾ। ਕਬੀਰ ਜੀ ਅੰਤ ਵੇਲੇ ਉੱਥੇ ਜਾ ਵਸੇ ਸੀ, ਇਹ ਸਿੱਧ ਕਰਨ ਲਈ ਕਿ ਮਨੋ ਕਠੋਰ ਮਰੈ ਬਨਾਰਸ ਨਰਕ ਨਾ ਬਾਂਚਿਆ ਜਾਈ, ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ। ਸੋ ਇਸ ਪ੍ਰਕਾਰ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਸਿਮਰਨ ਹੈ ਉਹ ਏਡੀ ਮਹਾਨਤਾ ਰੱਖਦਾ ਹੈ। ਪੁਨੀਤ ਕਰੈ ਤਿਸ ਜਨਤੈ। ਜਿਹੜਾ ਸਿਮਰਨ ਕਰਨ ਵਾਲਾ, ਭਗਤੀ ਕਰਨ ਵਾਲਾ, ਵਾਹਿਗੁਰੂ ਦਾ ਨਾਮ ਉਸ ਜੰਤ ਨੂੰ, ਉਸ ਜੀਵ ਨੂੰ ਪੁਨੀਤ ਪਵਿੱਤਰ ਕਰ ਦਿੰਦਾ ਹੈ। ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜਾ ਮਨ 'ਚ ਪ੍ਰੀਤੀ ਰੱਖ ਕੇ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਪਵਿੱਤਰਾਂ ਤੋਂ ਪਵਿੱਤਰ ਹੋ ਜਾਂਦਾ, ਪੁਨੀਤ ਹੋ ਜਾਂਦਾ ਹੈ। ਸੁਣ ਸਖੀਏ ਇਹ ਭਲੀ ਬੇਨੰਤੀ, ਇਹੋ ਮਤਾਂਤ ਪਕਾਈਐ। ਹੇ ਸਖੀਏ ਸੁਣ, ਇਹ ਭਲੀ ਖਰੀ ਬੇਨਤੀ ਤੈਨੂੰ ਕਰਦੇ ਹਾਂ, ਦੱਸਦੇ ਹਾਂ ਅਸਲ ਸਿਰੇ ਦੀ ਬਾਤ। ਇਹ ਮਤਾਂਤ ਪਕਾਈ ਹੈ। ਮਤਾਂਤ ਸਲਾਹ ਮਸ਼ਵਰਾ, ਇਹ ਮਤਾ ਪਕਾ ਲੈਣਾ ਚਾਹੀਦਾ। ਸਹਿਜ ਸੁਭਾਏ ਉਪਾਦ ਰਹਿਤ ਹੋਏ, ਗੀਤ ਗੋਵਿੰਦਾ ਗਾਈ ਹੈ। ਸਹਿਜ ਟਕਾ ਵਾਲੀ ਅਵਸਥਾ ਜਾ ਕੇ, ਸ੍ਰੇਸ਼ਟ ਪ੍ਰੇਮ ਦੇ ਸਹਿਤ ਹੋ ਕੇ, ਉਪਾਧੀ ਤੋਂ ਰਹਿਤ ਹੋ ਕੇ, ਦੁੱਖਾਂ ਤਕਲੀਫਾਂ ਤੋਂ ਉੱਪਰ ਉੱਠ ਕੇ ਗੀਤ ਗੋਵਿੰਦਾ ਗਾਈਏ। ਭਾਵ ਕਿ ਜਾਂ ਸੁਖ ਤਾਂ ਸੋਹਰਾਵਿਓ, ਦੁੱਖ ਵੀ ਸੰਭਾਲਿਓਏ, ਨਾਨਕ ਕਹਿ ਸਿਆਣੀਏ ਇਉ ਕੰਤ ਮਿਲਾਵ ਹੋਏ। ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇਹ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੂਖ ਮਨਾਈ। ਇਸ ਤਰ੍ਹਾਂ ਦਾ ਸੁਭਾਅ ਬਣਾ ਕੇ ਗੋਬਿੰਦ ਪਰਮੇਸ਼ਰ ਦੇ ਗੀਤ ਗਾਉਣੇ ਚਾਹੀਦੇ ਹਨ। ਵਾਹਿਗੁਰੂ ਦੇ ਜਸ ਨੂੰ ਗਾਉਣਾ ਚਾਹੀਦਾ ਹੈ। ਕਲ ਕਲੇਸ਼ ਮਿਟੈ ਭਰਮ ਨਾਸਾ ਹੈ, ਮਨ ਚਿੰਦਿਆ ਫਲ ਪਾਈਐ। ਇੰਝ ਕਰੀਏ ਤਾਂ ਕੱਲ ਜਿਹੜੇ ਝਗੜੇ ਹਨ, ਸੋ ਇਸ ਪ੍ਰਕਾਰ ਵਿਕਾਰਾਂ ਦਾ ਝਗੜਾ ਅਤੇ ਕਲੇਸ਼ ਜਿਹੜੇ ਪੰਜ ਵਿਆਪਦੇ ਨੇ, ਰਾਗ ਦਵੈਸ਼ ਅਭਿਨਵੇਸ਼ ਅਵਿਦਿਆ ਅਸਮਤਾ, ਹਿਰਦੇ ਦੇ ਕਲੇਸ਼ ਮਿਟ ਜਾਂਦੇ ਨੇ। ਹਿਰਦੇ ਵਿੱਚੋਂ ਭਰਮ ਵੀ ਨਾਸ ਹੋ ਜਾਂਦਾ, ਭ੍ਰਾਂਤੀ ਭਟਕਣਾ ਨਾਸ ਹੋ ਜਾਂਦੀ ਹੈ। ਹਰ ਤਰ੍ਹਾਂ ਦੇ ਡਰ ਖਤਮ ਹੋ ਜਾਂਦੇ, ਭਰਮ ਮਿਟ ਜਾਂਦੇ ਨੇ। ਮਨ ਚਿੰਦਿਆ ਫਲ ਪਾਈਐ, ਅਤੇ ਮਨ ਚਿੰਦਿਆ ਮਨ ਚਿਤਵਿਆ। ਮਨ ਛੇ ਅੱਛਾ ਫਲ ਪ੍ਰਾਪਤ ਕਰ ਲਈਦਾ ਹੈ, ਗਿਆਨ ਆਦਿਕ। ਪਾਰ ਬ੍ਰਹਮ ਪੂਰਨ ਪਰਮੇਸ਼ਰ, ਨਾਨਕ ਨਾਮ ਧਿਆਈ ਹੈ। ਜਿਹੜਾ ਪਾਪਾਂ ਪੁੰਨਾਂ ਤੋਂ, ਸੰਸਾਰ ਤੋਂ ਪਰੇ ਹੈ, ਬ੍ਰਹਮ ਸ਼ੁੱਧ ਸਰੂਪ, ਪੂਰਨ ਸਾਰੀ ਸ੍ਰਿਸ਼ਟੀ ਸਮਾਇਆ ਹੋਇਆ ਅਤੇ ਗੁਣਾ ਸ਼ਕਤੀਆਂ ਕਰਕੇ ਵੀ ਪੂਰਨ ਹੈ। ਪਰਮ ਈਸ਼ਰ ਵੱਡਾ ਸਭ ਦਾ ਮਾਲਕ ਹੈ, ਨਾਨਕ ਨਾਮ ਧਿਆਈ ਹੈ। ਹਜ਼ੂਰ ਕਹਿੰਦੇ ਐਸੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ, ਸਿਮਰਨਾ, ਆਰਾਧਨਾ ਚਾਹੀਦਾ ਹੈ। ਸਖੀ ਇੱਛ ਕਰੀ ਨਿਤ ਸੁਖ ਮਨਾਈ, ਪ੍ਰਭ ਮੇਰੀ ਆਸ ਪੁਜਾਏ। ਹੇ ਸਖੀਏ, ਇਹ ਇੱਛਾ ਕਰਨੀ ਚਾਹੀਦੀ ਅਤੇ ਨਿਤ ਸੁਖਣੀਆਂ ਚਾਹੀਦੀਆਂ ਵਾਹਿਗੁਰੂ ਨੂੰ ਮਨਾਉਣ ਲਈ, ਪ੍ਰਸੰਨ ਕਰਨ ਲਈ। ਪ੍ਰਭ ਮੇਰੀ ਆਸ ਪੁਜਾਏ, ਕਿ ਪ੍ਰਭੂ ਮੇਰੀ ਆਸ ਜਿਹੜੀ ਇੱਛਾ ਹੈ ਨਾ ਉਹ ਪੁਜਾ ਦੇ, ਪੂਰੀ ਕਰ ਦੇ, ਮੇਰੀ ਆਸ ਪੁੱਗਦੀ ਕਰ ਦੇਵੇ ਵਾਹਿਗੁਰੂ। ਚਰਨ ਪਿਆਸੀ ਦਰਸ ਬੈਰਾਗਨ, ਪੇਖੋਂ ਥਾਨ ਸੁਭਾ। ਹੇ ਸਖੀਏ, ਮੈਂ ਇੱਛਾ ਕਰਦੀ ਹਾਂ, ਨਿਤ ਹੀ ਸੁਖਣਾ ਸੁਖ ਕੇ ਮਨਾਉਣ ਦਾ ਯਤਨ ਕਰਦੀ ਹਾਂ, ਆਪਣੇ ਮਾਲਕ ਨੂੰ ਪ੍ਰਸੰਨ ਕਰਨ ਦਾ, ਇਹ ਖਿਆਲ ਨਾਲ ਕਿ ਪ੍ਰਭੂ ਮੇਰੀ ਆਸਾ ਪੂਰੀ ਕਰ ਦੇਵੇ। ਮੈਂ ਚਰਨ ਪਿਆਸੀ, ਉਹਦੇ ਚਰਨਾਂ ਦੀ ਪਿਆਸੀ ਹਾਂ, ਅਤੇ ਇਸ ਪ੍ਰਕਾਰ ਦਰਸ਼ਨਾਂ ਦੀ ਬੈਰਾਗਣ ਹਾਂ। ਸੰਸਾਰ ਦੇ ਮੋਹ ਤੋਂ ਰਹਿਤ ਹੋ ਕੇ ਵਾਹਿਗੁਰੂ ਦੇ ਦਰਸ਼ਨਾਂ ਦੀ ਉਤਕੰਠਾ ਪੈਦਾ ਹੋਈ ਹੈ। ਪੇਖੋਂ ਥਾਨ ਸਬਾਏ, ਸਾਰੇ ਜਿਹੜੇ ਅਸਥਾਨ ਥਾਂ ਹਨ ਉੱਥੇ ਮੈਂ ਖੋਜਦੀ ਫਿਰਦੀ ਹਾਂ। ਦੇਖਣ ਦਾ ਅਰਥ ਲੱਭਦੀ ਫਿਰਦੀ, ਖੋਜਦੀ ਫਿਰਦੀ ਹਾਂ। ਖੋਜ ਲਹੋ ਹਰ ਸੰਤ ਜਨਾ ਸੰਗ, ਸਮਰੱਥ ਪੁਰਖ ਮਿਲਾਏ।
ਤੇ ਇਸ ਪ੍ਰਕਾਰ ਖੋਜ ਕੇ ਨਾ ਹਰੀ ਦੇ ਜਿਹੜੇ ਸੰਤ ਨੇ ਉਹਨਾਂ ਸੰਤ ਜਨਾਂ ਦੀ ਸੰਗਤ ਜਾ ਕੇ ਮੈਂ ਖੋਜ ਕੇ ਪ੍ਰਾਪਤ ਕਰਾਂਗੀ ਵਾਹਿਗੁਰੂ ਨੂੰ, ਕਿਉਂਕਿ ਖੋਜ ਲਹੋਂ ਹਰ ਸੰਤ ਜਨਾਂ ਸੰਗ। ਮੈਂ ਖੋਜ ਕੇ ਲਹੋਂ ਪ੍ਰਾਪਤ ਕਰਦੀ ਹਾਂ ਹਰੀ ਦੇ ਸੰਤ ਜਨਾਂ ਦਾ ਸੰਗ ਸਾਥ, ਇਸ ਆਸਾ ਨੂੰ ਕਿ ਸਮਰੱਥ ਪੁਰਖ ਮਿਲਾਏ। ਉਹ ਸੰਤ ਜਨ ਹੀ ਸਮਰੱਥ ਪੁਰਖ ਪਰਮਾਤਮਾ ਨੂੰ ਮਿਲਾ ਸਕਦੇ ਹਨ, ਉਹਨਾਂ ਦੀ ਸੰਗਤ ਵਿੱਚ ਹੀ ਮਿਲਿਆ ਜਾ ਸਕਦਾ ਵਾਹਿਗੁਰੂ ਨਾਲ। ਹੋਰ ਚੋਰਾਂ, ਸ਼ਰਾਬੀਆਂ, ਵਕਾਰੀਆਂ, ਜੁਆਰੀਆਂ ਦੀ ਸੰਗਤ 'ਚ ਮਿਲ ਕੇ ਤਾਂ ਨਹੀਂ ਨਾ ਆਸ ਰੱਖੀ ਜਾ ਸਕਦੀ। ਨਾਨਕ ਤਿਨ ਮਿਲਿਆ ਸੁਰ ਜਨ ਸੁਖ ਦਾਤਾ, ਸੇ ਵੱਡ ਭਾਗੀ ਮਾਏ। ਸੋ ਹਜ਼ੂਰ ਕਹਿੰਦੇ ਨੇ ਕਿ ਉਹਨਾਂ ਦੇ ਤਾਈਂ ਸੁਰ ਜਨ, ਸ੍ਰੇਸ਼ਟ ਜਨ, ਸਭ ਤੋਂ ਉੱਚਾ ਜੋ ਵਾਹਿਗੁਰੂ ਪਰਮਾਤਮਾ ਹੈ, ਸੋ ਦੈਵੀ ਅਕਾਲ ਪੁਰਖ, ਸੁੱਖਾਂ ਦਾ ਦਾਤਾ ਵਾਹਿਗੁਰੂ, ਜਾਂ ਸੁਰਜਨ ਦੇਵਤਿਆਂ ਦਾ ਵੀ ਜਿਹੜਾ ਮਾਲਕ ਹੈ, ਸੁੱਖ ਦੇਣ ਵਾਲਾ, ਉਹ ਮਿਲਿਆ ਹੈ। ਜਿਹਨਾਂ ਨੂੰ ਮਿਲ ਪਿਆ ਹੈ ਸੇ ਵੱਡ ਭਾਗੀ ਮਾਂ, ਹੇ ਮੇਰੀ ਮਾਂ, ਉਹ ਵੱਡਿਆਂ ਭਾਗਾਂ ਵਾਲੇ ਹਨ ਉਹ ਸੰਤ ਜਨ। ਤਾਂ ਕਰਕੇ ਮੈਂ ਖੋਜ ਕੇ ਉਹਨਾਂ ਸੰਤਾਂ ਦਾ ਸੰਗ ਲੱਭ ਲਵਾਂਗੀ। ਉਹ ਕਿੱਥੇ ਵਸਦੇ ਨੇ? ਸਖੀ ਨਾਲ ਵਸਾਂ ਆਪਣੇ ਨਾਹ ਪਿਆਰੇ, ਮੇਰਾ ਮਨ ਤਨ ਹਰ ਸੰਗ ਹਿੱਲਿਆ। ਹੇ ਸਖੀਏ, ਮੇਰੀ ਇਹ ਕਾਮਨਾ ਹੈ, ਇੱਛਾ ਹੈ ਕਿ ਆਪਣੇ ਨਾਹ ਪਤੀ ਜੋ ਪਿਆਰੇ ਹਨ ਵਾਹਿਗੁਰੂ ਜੀ, ਉਹਨਾਂ ਦੇ ਨਾਲ ਹੀ ਵਸਦੀ ਰਹਾਂ ਮੈਂ। ਮੇਰਾ ਮਨ ਤਨ ਹਰ ਸੰਗ ਹਿੱਲਿਆ, ਮੇਰਾ ਮਨ ਵੀ ਤੇ ਤਨ ਇੰਦਰੇ, ਇਹ ਸਾਰਾ ਕੁਛ ਹਰੀ ਪ੍ਰਮਾਤਮਾ ਦੀ ਸੰਗਤ ਵਿੱਚ ਮਿਲ ਕੇ ਹਿੱਲਿਆ, ਇਕਮਿਕ ਹੋ ਗਿਆ, ਹਿੱਲ ਗਿਆ ਹੈ, ਗਿੱਝ ਗਿਆ ਹੈ ਵਾਹਿਗੁਰੂ ਦੇ ਨਾਲ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਫਿਰ ਮਿਲਿਆ। ਸੁਣ ਹੇ ਸਖੀਏ, ਹੇ ਰੱਬ ਦੇ ਪਿਆਰਿਓ ਸਤਸੰਗੀਓ, ਸੁਣੋ, ਮੈਨੂੰ ਆਪਣਾ ਪ੍ਰਭੂ ਪਤੀ ਪ੍ਰਮਾਤਮਾ ਪਿਰ ਜੋ ਹੈ ਨਾ ਮਿਲਿਆ ਹੋਇਆ, ਅਤੇ ਹੁਣ ਮੈਨੂੰ ਬੜੀ ਭਲੀ ਸੋਹਣੀ ਨੀਂਦ ਆਉਂਦੀ ਹੈ। ਸਮਾਧੀ ਰੂਪੀ ਨੀਂਦ, ਸ਼ਾਂਤੀ ਰੂਪੀ ਨੀਂਦ ਮੇਰੀ ਜਿਹੜੀ ਬੜੀ ਭਲੀ ਹੈ। ਕਿਉਂਕਿ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਗਲਵੱਕੜੀ ਪਾਈ, ਜਿਵੇਂ ਭਾਈ ਵੀਰ ਸਿੰਘ ਨੇ ਲਿਖਿਆ, ਸੋ ਸੁਪਨਾ ਉਹ ਵੀ ਪਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਵੇਖ ਮਨ ਬੰਚਲਾ, ਜਾਗਣ ਤੇ ਸੁਪਨਾ ਭਲਾ ਬਸੀ ਹੈ ਪ੍ਰਭ ਸੰਗ। ਸੋ ਇਸ ਪ੍ਰਕਾਰ ਜਦੋਂ ਵਾਹਿਗੁਰੂ ਦੀ ਯਾਦ ਵਿੱਚ ਹੋਈਏ ਅਤੇ ਉਦੋਂ ਭਾਵੇਂ ਨੀਂਦ ਵੀ ਆਈ ਹੋਵੇ ਸਰੀਰਕ ਤੌਰ 'ਤੇ, ਉਹ ਨੀਂਦ ਵੀ ਭਲੀ ਹੈ। ਔਰ ਇਸੇ ਪ੍ਰਕਾਰ ਸ਼ਾਂਤੀ ਰੂਪੀ ਮੇਰੀ ਨੀਂਦ ਭਲੀ ਹੈ, ਸਮਾਧੀ ਰੂਪੀ ਨੀਂਦ ਭਲੀ ਹੈ। ਸੰਸਾਰ ਵੱਲੋਂ ਸੌਂ ਗਏ ਹਾਂ। ਭਰਮ ਖੋਇਓ ਸ਼ਾਂਤ ਸਹਿਜ ਸੁਆਮੀ, ਪ੍ਰਗਾਸ ਭਇਆ ਕੌਲ ਖਿਲਿਆ। ਹੁਣ ਹਰ ਪ੍ਰਕਾਰ ਦਾ ਭਰਮ ਖੋਇਓ ਨਾਸ ਕਰ ਲਿਆ ਹੈ, ਹਿਰਦੇ 'ਚ ਸ਼ਾਂਤੀ ਆ ਗਈ ਹੈ, ਸਹਿਜ ਅਡੋਲਤਾ ਆ ਗਈ ਹੈ, ਕਿਉਂਕਿ ਸੁਆਮੀ ਅਕਾਲ ਪੁਰਖ ਮਿਲ ਪਿਆ ਹੈ। ਪ੍ਰਗਾਸ ਭਇਆ ਕੌਲ ਖਿਲਿਆ, ਸੋ ਹਿਰਦਾ ਜਿਹੜਾ ਕੌਲ ਫੁੱਲ ਦੀ ਨਿਆਈ ਖਿੜਿਆ ਹੈ, ਅਤੇ ਅੰਦਰ ਪ੍ਰਕਾਸ਼ ਹੋ ਗਿਆ ਵਾਹਿਗੁਰੂ ਪਰਮਾਤਮਾ ਦੇ ਗਿਆਨ ਦਾ, ਚਾਨਣ ਹੀ ਚਾਨਣ ਹੋਇਆ ਹੈ। ਵਰ ਪਾਇਆ ਪ੍ਰਭ ਅੰਤਰਜਾਮੀ, ਨਾਨਕ ਸੁਹਾਗ ਨਾ ਟਲਿਆ। ਪ੍ਰਭੂ ਜੋ ਸਰਬ ਸ਼ਕਤੀਮਾਨ ਹੈ, ਵਰ ਲਾੜਾ ਰੂਪ ਵਿੱਚ ਪ੍ਰਾਪਤ ਕਰ ਲਿਆ। ਕਹਿੰਦੇ ਅੰਤਰਜਾਮੀ, ਅੰਦਰ ਦੀਆਂ ਜਾਣਨ ਵਾਲਾ, ਐਸਾ ਅਕਾਲ ਮੂਰਤ ਵਰ ਪਾਇਆ ਵਿਨਾਸੀ, ਨਾ ਕਦੇ ਮਰਿਆ ਨਾ ਜਾਇਆ, ਵਿਆਹ ਹੋਆ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ। ਸੋ ਇਸ ਪ੍ਰਕਾਰ ਅੰਤਰਜਾਮੀ ਪਰਮਾਤਮਾ ਰੂਪੀ ਵਰ ਅਸੀਂ ਲਾੜਾ ਪ੍ਰਾਪਤ ਕੀਤਾ, ਐਸਾ ਨਾਨਕ ਸੁਹਾਗ ਨਾ ਟਲਿਆ। ਹੁਣ ਮੇਰਾ ਸੁਹਾਗ ਭਾਗ ਅਟਲ ਹੋਇਆ ਹੈ, ਮੈਂ ਕਦੇ ਵੀ ਰੰਡੀ ਵਿਧਵਾ ਨਹੀਂ ਹੋਵਾਂਗੀ, ਮੇਰਾ ਸੁਹਾਗ ਸਿਰ ਤੋਂ ਕਦੇ ਟਲੇਗਾ ਨਹੀਂ। ਐਸਾ ਵਾਹਿਗੁਰੂ ਰੂਪੀ ਸੁਹਾਗ, ਐਸਾ ਪਤੀ ਵਰ ਅਕਾਲ ਪੁਰਖ ਅਸੀਂ ਪ੍ਰਾਪਤ ਕੀਤਾ। ਸੋ ਇੱਥੋਂ ਤੱਕ ਸਤਿਗੁਰੂ ਮਹਾਰਾਜ ਦੇ ਮੁਬਾਰਕ ਬਚਨ ਵਿਚਾਰੇ ਗਏ ਹਨ। ਇਸ ਤੋਂ ਅੱਗੇ ਜਿਹੜੀ 52 ਅੱਖਰੀ ਬਾਣੀ ਹੈ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੀ, ਉਹ ਆਰੰਭ ਹੋਵੇਗੀ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।